ਸੰਯੁਕਤ ਸਮਾਜ ਮੋਰਚਾ ਮੈਂ ਪਹਿਲਾਂ ਦੱਸਿਆ ਕਿ ਕਿਸਾਨੀ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ। ਇੰਨਾ ਲੇਟ ਕਿਉਂ ਹੋਏ? ਸਾਡਾ ਕੋਈ ਮਨੋਰਥ ਨਹੀਂ ਸੀ ਰਾਜਨੀਤੀ ਦੇ ਵਿੱਚ ਆਉਣ ਦਾ। ਮਤਲਬ ਬਾਕੀ ਪਾਰਟੀਆਂ ਨੇ ਸੰਯੁਕਤ ਸਮਾਜ ਮੋਰਚੇ ਨੂੰ ਰਜਿਸਟਰਡ ਹੋਣ ਤੋਂ ਲੈ ਕੇ ਸਾਈਨ ਤੋਂ ਲੈ ਕੇ ਹਰ ਚੀਜ਼ ਲਈ ਰੋਕਿਆ, ਤੁਹਾਨੂੰ ਇਹ ਲੱਗਦਾ ਹੈ? ਬਿਲਕੁਲ। ਜਦੋਂ ਲੋਕ ਇਕੱਠੇ ਹੋ ਜਾਂਦੇ ਆ ਨਾ, ਉੱਥੇ ਸਾਰੇ ਵਰਗ ਇਕੱਠੇ ਸੀ, ਇਕੱਲਾ ਕਿਸਾਨਾਂ ਦਾ ਮੋਰਚਾ ਨਹੀਂ ਸੀ, ਕਿਉਂਕਿ ਅਫੈਕਟ ਹਰ ਵਰਗ ਨੇ ਹੋਣਾ ਸੀ ਜੇ 3 ਕਾਲੇ ਕਾਨੂੰਨ ਵਾਪਸ ਨਾ ਹੁੰਦੇ। ਕਿਤੇ ਉਹ ਸਾਡੀਆਂ ਬਿਜ਼ਨਸ ਹੈ ਜੋ ਲੁੱਟ ਖਸੁੱਟ ਦੀਆਂ ਦੁਕਾਨਾਂ ਬਣਾ ਰੱਖੀਆਂ ਪੋਲੀਟੀਕਲ ਪਾਰਟੀਆਂ, ਉਹ ਬੰਦ ਨਾ ਹੋ ਜਾਣ। ਕਿਸਾਨ ਮੋਰਚੇ ਨੂੰ ਪੂਰੀ ਦੁਨੀਆ ਦੇ ਲੋਕਾਂ ਨੇ ਸਪੋਰਟ ਕੀਤਾ, ਲੇਕਿਨ ਸੰਯੁਕਤ ਸਮਾਜ ਮੋਰਚਾ ਨੂੰ ਉਨਾ ਹੁੰਗਾਰਾ ਨਹੀਂ ਮਿਲ ਰਿਹਾ। ਮਤਲਬ ਤੁਸੀਂ ਕਲਾਕਾਰਾਂ ਦੀ ਗੱਲ ਕੀਤੀ ਤੇ ਇੰਨਾ ਆਰਗੇਨਾਈਜ਼ਡ, ਕਿਉਂਕਿ 4 ਬੰਦੇ ਜੇ ਕਰਦੇ ਹੁਣ ਉਹ ਵੀ ਲੜ ਪੈਂਦੇ ਨੇ ਆਪਸ ਦੇ ਵਿੱਚ, ਤੇ ਇੰਨੀ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਉੱਥੇ ਬੈਠੇ ਸੀ। ਹੋਇਆ ਵੀ ਵਿੱਚ ਬਹੁਤ ਕੁਛ ਬਟ ਉਹਨਾਂ ਨੇ ਸੰਭਾਲਿਆ ਹੈ ਨਾ ਇਹ ਸਾਰਾ ਕੁਝ। ਜਦੋਂ ਅਸੀਂ ਵਾਪਸ ਆਏ ਹਾਂ ਉੱਥੋਂ ਅੰਦੋਲਨ ਜਿੱਤ ਕੇ, ਤਾਂ ਕੁਛ ਪ੍ਰੈਸ਼ਰ ਕਈ ਗਰੁੱਪਸ ਵੱਲੋਂ ਇੱਦਾਂ ਹੋਇਆ ਕਿ ਇਹਨਾਂ ਦੇ ਨਾਲ ਰਲ ਕੇ ਦੇਖਣਾ ਬਣਦਾ ਹੈ ਕਿ ਸ਼ਾਇਦ ਜੋ ਇਸ ਟਾਈਮ 'ਤੇ ਬਦਲ ਦੀ ਉਮੀਦ ਪੰਜਾਬ ਨੂੰ ਲੱਗ ਰਹੀ ਹੈ ਉਹ ਆਮ ਆਦਮੀ ਪਾਰਟੀ ਤੋਂ ਮਿਲੇ। ਪਰ ਇਹਨਾਂ ਨੇ ਜਿਵੇਂ ਟਿਕਟਾਂ ਦੇ ਵਿੱਚ ਅਕਾਲੀਆਂ ਨੂੰ ਤੇ ਕਾਂਗਰਸਾਂ ਨੂੰ ਵੇਚ ਕੇ ਟਿਕਟਾਂ, ਇੱਕ ਸਾਡੀ ਬੇਸਿਕ ਹੀ ਉਸ ਤੋਂ ਸੋਚ ਤੋਂ ਪਰੇ ਚਲੇ ਗਏ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੋ ਗਈਆਂ ਨੇ। ਪੰਜਾਬ ਨੂੰ ਮੈਂ ਕਹਿ ਦੇਵਾਂ ਕਿ ਇੱਕ ਨਵੇਂ ਸਿਰੇ ਤੋਂ ਸਿਰਜਣ ਦੀ ਲੋੜ ਹੈ, ਤਾਂ ਸ਼ਾਇਦ ਅੱਤਕਥਨੀ ਨਹੀਂ ਹੋਏਗੀ, ਜਿਹਦਾ ਇੱਕ ਚੀਜ਼ ਨੂੰ ਢਾਹ ਕੇ ਨਵੀਂ ਬਣਾਉਣਾ ਪੈਣਾ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੀ ਵਕਤ ਆ ਗਿਆ ਸਾਡੇ ਸਾਰਿਆਂ ਦੇ ਉੱਤੇ ਕਿ ਪਿਛਲਾ ਸਾਰਾ ਸਾਫ਼ ਕਰਕੇ ਇੱਕ ਨਵਾਂ ਪੰਜਾਬ ਸਿਰਜਣਾ ਪਏਗਾ। ਉਹਦੇ ਵਿੱਚ ਸੰਯੁਕਤ ਸਮਾਜ ਮੋਰਚਾ ਕਿਹੜੇ ਮੁੱਦਿਆਂ ਦੇ ਉੱਤੇ ਰਾਜਨੀਤੀ ਕਰ ਰਿਹਾ ਹੈ? ਕਿੰਨੀਆਂ ਟਿਕਟਾਂ ਸੰਯੁਕਤ ਸਮਾਜ ਮੋਰਚੇ ਨੇ ਔਰਤਾਂ ਨੂੰ ਦਿੱਤੀਆਂ ਨੇ? ਸਾਡੇ ਮੋਰਚੇ ਨੇ ਇਸ ਵਾਰ 4 ਟਿਕਟਾਂ ਔਰਤਾਂ ਨੂੰ ਦਿੱਤੀਆਂ ਨੇ। ਜਦੋਂ ਪਾਰਟੀ ਬਣੀ ਕਾਫੀ ਲੇਟ ਬਣੀ ਹੈ। ਚੜ੍ਹਦੀ ਸਵੇਰ ਤੇ ਪਿੰਡਾਂ 'ਚ ਪੁੰਗਰ ਦੇ ਪੂਰ ਦੀ ਗੱਲ, ਪੰਜਾਬੀਆਂ ਦੀ ਅਣਖ ਤੇ ਉਹਨਾਂ ਦੇ ਗਰੂਰ ਦੀ ਗੱਲ, ਝੁਕ ਗਿਆ ਹਾਕਮ ਜੋ ਆਖਦਾ ਸੀ ਦਿੱਲੀ ਅਜੇ ਦੂਰ ਦੀ ਗੱਲ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਤਿੰਦਰ ਸੱਤੀ, 101 ਵਿਦ ਸਤਿੰਦਰ ਸੱਤੀ। ਔਰ ਇਹ ਪ੍ਰੋਗਰਾਮ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹੈ, ਬਲਕਿ ਮੈਨੂੰ ਇਹ ਲੱਗਦਾ ਹੈ ਕਿ 50% ਵੋਟਰ ਪੰਜਾਬ ਦੀਆਂ ਔਰਤਾਂ ਨੇ। ਔਰ ਅੱਜ ਪੰਜਾਬ ਜਿਸ ਤਰਾਸਦੀ ਦੇ ਵਿੱਚ ਚੱਲ ਰਿਹਾ ਹੈ, ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਰਾਜਨੀਤੀ ਦੇ ਵਿੱਚ ਔਰਤਾਂ ਦਾ ਘੱਟ ਹੋਣਾ। ਇਸੇ ਕਰਕੇ ਗਾਲੀ ਗਲੋਚ ਤੇ ਗੰਦਲਾਪਨ ਜ਼ਿਆਦਾ ਹੈ। ਜਿੱਥੇ ਔਰਤ ਹੁੰਦੀ ਹੈ ਉੱਥੇ ਸੁਭਾਵਕ ਹੀ ਕੁਝ ਚੀਜ਼ਾਂ ਜਿਹੜੀਆਂ ਨੇ ਸਹਿਜ ਹੁੰਦੀਆਂ ਨੇ, ਕਾਇਦੇ 'ਚ ਹੁੰਦੀਆਂ ਨੇ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ 50% ਵਿਧਾਨ ਸਭਾ ਦੇ ਵਿੱਚ ਔਰਤਾਂ ਦੀਆਂ ਸੀਟਾਂ ਰਿਜ਼ਰਵ ਹੋਣੀਆਂ ਚਾਹੀਦੀਆਂ ਨੇ। ਇਹ ਔਰਤਾਂ ਜਿਹੜੀਆਂ ਤਕੜੇ ਹੋ ਕੇ ਇਸ ਵਾਰ ਰਾਜਨੀਤੀ ਦੇ ਪਿੜ 'ਚ ਆਈਆਂ ਨੇ, ਉਹਨਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ, ਉਹਨਾਂ ਨੂੰ ਵੱਡਾ ਕਰਨ ਦੇ ਲਈ ਇਹ ਪ੍ਰੋਗਰਾਮ ਸਿਰਜਿਆ ਗਿਆ। ਔਰ ਅੱਜ ਮੇਰੇ ਨਾਲ ਹੈ ਸੰਯੁਕਤ ਸਮਾਜ ਮੋਰਚਾ ਤੋਂ ਡਾਕਟਰ ਅਮਨਦੀਪ ਕੌਰ। ਸਤਿ ਸ਼੍ਰੀ ਅਕਾਲ ਅਮਨਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਮਨਦੀਪ, ਸਭ ਤੋਂ ਪਹਿਲਾਂ ਤੇ ਬਹੁਤ ਮੁਬਾਰਕਾਂ ਨੇ, ਕਿਉਂਕਿ ਨਵੀਂ ਤੁਹਾਡੇ ਲਈ ਨਵੀਂ ਪਿਰ 'ਨਵੀਂ ਰਾਹ। ਕਿਵੇਂ ਦਾ ਮਹਿਸੂਸ ਹੋ ਰਿਹਾ ਇੱਕ ਔਰਤ ਹੋਣ ਦੇ ਨਾਤੇ? ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ, ਕਿਉਂਕਿ ਜਦੋਂ ਮੈਂ ਮੋਰਚੇ ਦੇ ਵਿੱਚ ਗਈ ਸੀ ਉਦੋਂ ਮੈਂ ਡਾਕਟਰ ਸੀ, ਮੈਡੀਕਲ ਆਫਿਸਰ ਪੋਸਟਡ ਸੀ ਮੈਂ ਚੰਡੀਗੜ੍ਹ ਪੁਲਿਸ ਦੇ ਵਿੱਚ। ਪਤਾ ਨਹੀਂ ਸੀ ਕਿ ਮੋਰਚਾ ਕਿੰਨੀ ਦੇਰ ਚੱਲਣਾ ਹੈ। ਮੈਂ ਥੋੜ੍ਹੀ ਦੇਰ ਦੀ ਪਹਿਲਾਂ ਛੁੱਟੀ ਲੈ ਕੇ ਗਈ, ਤਾਂ ਜਦੋਂ ਉੱਥੋਂ ਵਾਪਸ ਆਈ ਨਾ, ਆਪਣੀ ਡਿਊਟੀ 'ਤੇ ਮਨ ਨਹੀਂ ਲੱਗਿਆ। ਮੈਂ ਬੜਾ ਰੋਈ ਘਰ ਆ ਕੇ। ਮੈਂ ਮੰਮਾ ਨੂੰ ਕਿਹਾ ਕਿ ਮੈਂ ਇਹ ਕੰਟੀਨਿਊ ਨਹੀਂ ਕਰਨਾ ਚਾਹੁੰਦੀ ਜੋਬ, ਅਤੇ ਮੈਂ ਵਾਪਸ ਮੋਰਚੇ 'ਤੇ ਜਾਣਾ। ਮੈਂ ਫਿਰ ਵੱਡੀ ਛੁੱਟੀ ਲੈ ਕੇ ਦੁਬਾਰਾ ਮੋਰਚੇ 'ਤੇ ਚਲੀ ਗਈ। ਟਿਕਰੀ ਬਾਰਡਰ ਦੇ ਉੱਤੇ ਅਸੀਂ ਆਪਣਾ ਕੈਂਪ ਲਗਾਇਆ ਹੋਇਆ ਸੀ। ਅਤੇ ਹੁਣ ਜਦੋਂ ਉਸ ਮੋਰਚੇ ਦੇ ਵਿੱਚ ਸਾਨੂੰ ਪੰਜਾਬ ਦਾ ਦਰਦ ਦੇਖਣ ਨੂੰ ਮਿਲਿਆ ਨੇੜੇ ਹੋ ਕੇ, ਔਰ ਉਹੀ ਹੁਣ ਇਸ ਪਾਰਟੀ ਬਣਨ ਤੋਂ ਬਾਅਦ ਲੋਕਾਂ ਦਾ ਗੱਲ ਕਰ ਰਹੇ ਹਾਂ, ਬੇਸਿਕ ਮੁੱਦੇ ਐਡਰੈਸ ਕਰ ਰਹੇ ਹਾਂ। ਲੋਕਾਂ ਨੂੰ ਇੱਕ ਉਮੀਦ ਹੈ ਸਾਡੇ ਤੋਂ ਕਿ ਇਹ ਕਿਸਾਨ ਸੰਘਰਸ਼ ਦੇ ਵਿੱਚੋਂ ਨਿਕਲ ਕੇ ਜੋ ਪਾਰਟੀ ਆਈ ਹੈ ਉਹ ਸਾਡੇ ਮੁੱਦੇ ਐਡਰੈਸ ਕਰੇਗੀ, ਤਾਂ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ, ਤਾਂ ਬਹੁਤ ਚੰਗਾ ਲੱਗ ਰਿਹਾ। ਪਹਿਲੀ ਵਾਰੀ ਕਿਸਾਨ ਮੋਰਚੇ 'ਚ ਕਦੋਂ ਗਏ ਸੀ? ਕਿਉਂਕਿ ਮੈਨੂੰ ਲੱਗਦਾ ਸੀ ਸਭ ਕੁੜੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਇੱਕ ਪ੍ਰੋਗਰੈਸਿਵ ਸੋਚ ਰੱਖਦੀਆਂ, ਉਹ ਸਾਰੀਆਂ ਹੀ ਕਿਸਾਨ ਮੋਰਚੇ 'ਤੇ ਗਈਆਂ ਨੇ। ਤੁਸੀਂ ਪਹਿਲੀ ਵਾਰ ਕਦੋਂ ਗਏ ਸੀ? ਨਵੰਬਰ ਦੇ ਵਿੱਚ ਮੋਰਚਾ ਸ਼ੁਰੂ ਹੋਇਆ। ਮੈਂ ਦਸੰਬਰ ਦੇ ਵਿੱਚ ਪਹਿਲੀ ਵਾਰ ਮੋਰਚੇ 'ਤੇ ਗਈ ਸੀ। ਉਦੋਂ ਪਹਿਲਾਂ ਅਸੀਂ ਸਿੰਘੂ ਦੇ ਵਿੱਚ ਥੋੜ੍ਹੀ ਦੇਰ ਮੈਡੀਕਲ ਕੈਂਪ ਆਪਣੀਆਂ, ਮੇਰੇ ਦਵਾਈਆਂ ਦੀ ਸਾਡੇ ਪਾਰਟਨਰ ਨੇ, ਉਹਨਾਂ ਦੀ ਫੈਕਟਰੀ ਹੈ, ਤਾਂ ਅਸੀਂ ਆਪਣੀ ਦਵਾਈਆਂ ਦੀ ਪਹਿਲਾਂ ਉੱਥੇ ਸਪਲਾਈ ਕਰਨੀ ਸ਼ੁਰੂ ਕੀਤੀ। ਫਿਰ ਮੇਰੇ ਪਰਿਵਾਰ ਦੇ ਵਿੱਚ ਮੇਰੇ ਤੋਂ ਇਲਾਵਾ ਮੇਰੇ ਕਜ਼ਨ 4 ਡਾਕਟਰ ਨੇ,
ਤਾਂ ਅਸੀਂ ਸਾਰਿਆਂ ਨੇ ਆਪਣੀ ਟੀਮ ਬਣਾ ਕੇ ਸਿੰਘੂ ਬਾਰਡਰ ਤੇ ਅਸੀਂ ਚਲੇ ਗਏ। ਪਰ ਸਿੰਘੂ ਬਾਰਡਰ ਦੇ ਉੱਤੇ ਨਾ ਬੜੀ ਜਲਦੀ ਸਾਰੀਆਂ ਚੀਜ਼ਾਂ ਸੁਵਿਧਾਵਾਂ ਇਹ ਮੈਡੀਕਲ ਦੀਆਂ ਫੈਸਿਲਿਟੀਜ਼ ਡਾਕਟਰਸ ਉੱਤੇ ਬੜੀ ਜਲਦੀ ਬਣ ਗਏ ਸੀ। ਫਿਰ ਅਸੀਂ ਦੁਬਾਰਾ 6 ਜਨਵਰੀ ਤੋਂ ਉੱਥੇ ਆਪਣਾ ਮੋਰਚਾ ਲਗਾਇਆ, ਮੈਡੀਕਲ ਕੈਂਪ ਲਗਾਇਆ ਟਿਕਰੀ ਦੇ ਉੱਤੇ। ਹਾਂਜੀ। ਔਰਤਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਮੋਰਚੇ ਦੇ ਉੱਤੇ। ਪੂਰੇ ਵਰਲਡ ਤੋਂ ਬੱਚੀਆਂ ਵੀ ਬਹੁਤ ਆਈਆਂ ਨੇ ਔਰ ਉਸ ਮੋਰਚੇ ਨੇ ਜਿਹੜੀ ਇੱਕ ਚੀਜ਼ ਪੰਜਾਬ 'ਚ ਪੈਦਾ ਕੀਤੀ ਸੀ ਉਹ ਸੀ ਔਰਤਾਂ ਦੇ ਵਿੱਚ ਰਾਜਨੀਤਿਕ ਸਮਝ। ਮੈਨੂੰ ਲੱਗਦਾ ਕਿ ਅੱਜ ਅਗਰ ਅਸੀਂ ਅੱਜ ਬੈਠ ਕੇ ਪਹਿਲੀ ਵਾਰੀ ਮੈਂ ਜਾਂ ਤੁਸੀਂ ਗੱਲ ਕਰ ਰਹੇ ਹਾਂ ਖੁੱਲ੍ਹ ਕੇ ਰਾਜਨੀਤੀ ਦੇ ਬਾਰੇ, ਤੇ ਸ਼ਾਇਦ ਉਸ ਕਿਸਾਨ ਮੋਰਚੇ ਨੇ ਸਾਨੂੰ ਇੰਨਾ ਜਾਗਰੂਕ ਕੀਤਾ। ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ? ਬਹੁਤ ਜ਼ਿਆਦਾ ਸਾਡੇ ਕਿਸਾਨ ਲੀਡਰਾਂ ਨੇ ਵੀ ਬੜੀ ਵਾਰ ਸਟੇਟਮੈਂਟ ਦਿੱਤੀਆਂ ਔਰ ਮੈਂ ਖੁਦ ਮੰਨਦੀ ਹਾਂ ਇੰਨੀ ਜ਼ਿਆਦਾ ਭਾਗੀਦਾਰੀ ਸੀ ਔਰਤਾਂ ਦੀ ਉੱਥੇ। ਇੱਕ ਤਾਂ ਸਾਨੂੰ ਔਰਤਾਂ ਨੂੰ ਜੋ ਪਿੰਡਾਂ 'ਚੋਂ ਕਦੇ ਬਾਹਰ ਨਹੀਂ ਨਿਕਲੀਆਂ ਸੀ ਉਹ ਸੂਰਮੇ ਬਣ ਕੇ ਕਿਵੇਂ ਉੱਥੇ ਬੈਠੀਆਂ। ਇੱਕ ਤਾਂ ਉਹਨਾਂ ਨੇ ਅੰਦੋਲਨ 'ਚ ਪਾਰਟਿਸਿਪੇਟ ਕੀਤਾ, ਆਪਣੀ ਰਿਸਪੌਂਸਿਬਿਲਟੀ ਦਿਖਾਈ, ਤੇ ਨਾਲ ਨਾਲ ਜਿਵੇਂ ਤੀਆਂ ਦੇ ਮੇਲੇ ਹੋਰ ਸਾਰਾ ਕੁਝ ਉਹਨਾਂ ਨੇ ਸਟ੍ਰੈਸ ਜਿਹੜਾ ਇੱਕ ਮੋਰਚੇ ਦਾ ਸਟ੍ਰੈਸ ਹੈ ਉਹ ਵੀ ਬੜਾ ਜ਼ਿਆਦਾ ਉਹਨੂੰ ਆਪਣੀ ਔਰਤਾਂ ਨੇ ਰਿਲੀਵ ਕੀਤਾ। ਤੇ ਮੋਰਚੇ ਦੀ ਚੜ੍ਹਦੀ ਕਲਾ ਇੱਕ ਕਹਿ ਲਓ ਨਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਔਰਤਾਂ ਦਾ ਰਿਹਾ। ਮਤਲਬ ਮੋਰਚਾ ਜਿਹੜਾ ਸੀਗਾ ਉਹ ਇੱਕ ਮੇਲੇ 'ਚ ਤਬਦੀਲ ਹੋਇਆ, ਇੱਕ ਘਰ ਵਰਗਾ ਲੱਗਣ ਲੱਗ ਪਿਆ ਸਭ ਨੂੰ, ਤੇ ਉਹਦੇ 'ਚ ਔਰਤਾਂ ਦਾ ਵੱਡਾ ਯੋਗਦਾਨ ਸੀ। ਬਹੁਤ ਜ਼ਿਆਦਾ ਵੱਡਾ ਯੋਗਦਾਨ। ਸੰਯੁਕਤ ਸਮਾਜ ਮੋਰਚਾ, ਮੈਂ ਪਹਿਲਾਂ ਦੱਸਿਆ ਕਿ ਕਿਸਾਨੀ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਹੈ। ਇੰਨਾ ਲੇਟ ਕਿਉਂ ਹੋਏ? ਸਾਡਾ ਕੋਈ ਮਨੋਰਥ ਨਹੀਂ ਸੀ ਰਾਜਨੀਤੀ ਦੇ ਵਿੱਚ ਆਉਣ ਦਾ। ਜੇ ਇੱਦਾਂ ਹੁੰਦਾ ਤਾਂ ਜਦੋਂ ਇਹ ਮੋਰਚਾ ਚੱਲ ਰਿਹਾ ਸੀ ਉਦੋਂ ਹੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਕਿਸਾਨ ਦੇ ਨਾਲ ਉਹ ਆਪਣਾ ਇੱਕ ਬਣਾ ਲੈਂਦੀਆਂ ਪਾਰਟੀ, ਤੇ ਅਸੀਂ ਚੋਣਾਂ ਦੇ ਪਿੜ ਵਿੱਚ ਬੜੀ ਜਲਦੀ ਆ ਜਾਂਦੇ। ਜਦੋਂ ਮੋਰਚਾ ਅਸੀਂ ਲਗਾਇਆ ਹੋਇਆ ਸੀ ਤਾਂ ਪਿੰਡਾਂ 'ਚ ਪੰਚਾਇਤਾਂ ਨੇ ਮਤੇ ਪਾਸ ਕੀਤੇ ਹੋਏ ਸੀ ਕਿ ਆਹ ਰਾਜਨੀਤਿਕ ਪਾਰਟੀਆਂ ਨੇ ਜੋ ਸਾਨੂੰ ਸਪੋਰਟ ਨਹੀਂ ਕਰ ਰਹੀਆਂ ਉਹਨਾਂ ਨੂੰ ਅਸੀਂ ਪਿੰਡਾਂ 'ਚ ਵੜਨ ਨਹੀਂ ਦੇਣਾ। ਮੋਰਚਾ ਜਿੱਤ ਕੇ 3 ਕਾਲੇ ਕਾਨੂੰਨ ਵਾਪਸ ਕਰਾ ਕੇ ਅਸੀਂ ਪੰਜਾਬ ਪਰਤੇ ਹਾਂ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵਾਪਸ ਆਏ ਹਾਂ। ਪਿੰਡਾਂ 'ਚ ਲੋਕਾਂ ਨੇ ਪੁੱਛਿਆ ਕਿ ਜਿਨ੍ਹਾਂ ਨੂੰ ਅਸੀਂ ਵੜਨ ਨਹੀਂ ਦਿੱਤਾ ਉਦੋਂ ਆਪਣੀਆਂ ਮਤੇ ਪਾਸ ਕੀਤੇ ਹੋਏ ਸੀ, ਹੁਣ ਵੋਟਾਂ ਉਹਨਾਂ ਨੂੰ ਪਾ ਦਈਏ। ਬਹੁਤ ਜ਼ਿਆਦਾ ਇਸ 'ਤੇ ਡਿਸਕਸ਼ਨ ਹੋਈ। ਸਾਡੇ ਰਾਜੇਵਾਲ ਸਾਹਿਬ ਹੋਣੀ ਲੀਡਰ, ਕੋਈ ਵੀ ਪਾਰਟੀ ਇਹ ਅਸੀਂ ਆਉਣਾ ਨਹੀਂ ਸੀ ਚਾਹੁੰਦੇ, ਬਟ ਲੋਕਾਂ ਦੀ ਮੰਗ ਦੇ ਉੱਤੇ ਫਿਰ ਮੋਰਚਾ ਬਣਾਇਆ। ਤਾਂ ਕਰਕੇ ਲੇਟ ਹੋਏ ਆ, ਤਾਂ ਕਰਕੇ ਸਾਡੀ ਪਾਰਟੀ ਰਜਿਸਟਰ ਨਹੀਂ ਹੋ ਪਾਈ ਐਂਡ ਤੱਕ। ਔਰ ਅਸੀਂ ਸਾਰੇ 117 ਕੈਂਡੀਡੇਟ हैं ਜੋ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ ਅਸੀਂ ਚੋਣ ਮੈਦਾਨ ਦੇ ਵਿੱਚ ਉਤਰੇ ਹਾਂ। ਮਤਲਬ ਬਾਕੀ ਪਾਰਟੀਆਂ ਨੇ ਸੰਯੁਕਤ ਸਮਾਜ ਮੋਰਚੇ ਨੂੰ ਰਜਿਸਟਰਡ ਹੋਣ ਤੋਂ ਲੈ ਕੇ ਸਾਈਨ ਤੋਂ ਲੈ ਕੇ ਹਰ ਚੀਜ਼ ਲਈ ਰੋਕਿਆ, ਤੁਹਾਨੂੰ ਇਹ ਲੱਗਦਾ? ਬਿਲਕੁਲ। ਜਦੋਂ ਡਰ ਸੀ ਉਹਨਾਂ 'ਚ? ਦੇਖੋ, ਜਦੋਂ ਲੋਕ ਇਕੱਠੇ ਹੋ ਜਾਂਦੇ ਆ ਨਾ ਉੱਥੇ ਸਾਰੇ ਵਰਗ ਇਕੱਠੇ ਸੀ, ਇਕੱਲਾ ਕਿਸਾਨਾਂ ਦਾ ਮੋਰਚਾ ਨਹੀਂ ਸੀ, ਕਿਉਂਕਿ ਅਫੈਕਟ ਹਰ ਵਰਗ ਨੇ ਹੋਣਾ ਸੀ ਜੇ 3 ਕਾਲੇ ਕਾਨੂੰਨ ਵਾਪਸ ਨਾ ਹੁੰਦੇ। ਮਜ਼ਦੂਰ ਵੀ ਸੀ ਹੈ ਨਾ ਉੱਥੇ, ਅਸੀਂ ਡਾਕਟਰ ਵੀ ਸੀ, ਐਡਵੋਕੇਟ ਸਾਰੇ ਨੇ, ਆਰਟਿਸਟ, ਤੁਹਾਡੇ ਫਿਲਮ ਇੰਡਸਟਰੀ ਨੇ, ਸਿੰਗਰਸ ਨੇ, ਕਿੰਨਾ ਜ਼ਿਆਦਾ ਜੋਸ਼ ਭਰਿਆ। ਤਾਂ ਇੱਕ ਲੋਕਾਂ ਦਾ ਇੱਕ ਅੰਦੋਲਨ ਸੀ ਜੋ ਪੰਜਾਬ ਨੇ ਅਗਵਾਈ ਕੀਤੀ। ਤੇ ਹੁਣ ਇਹ ਫਿਰ ਤੋਂ ਦੁਬਾਰਾ ਜੋ ਸਾਰੇ ਵਰਗ ਇਕੱਠੇ ਹੋਏ ਨੇ ਉਹਨਾਂ ਨੇ ਇਕੱਠੇ ਹੋ ਜਾਂਦਾ ਜਦੋਂ ਕੋਈ, ਤਾਂ ਜਿਹੜੇ ਹਾਕਮ ਹੁੰਦੇ ਨੇ ਜਿਨ੍ਹਾਂ ਨੇ ਲੁੱਟਿਆ ਪਹਿਲਾਂ ਤੋਂ ਉਹਨਾਂ ਨੂੰ ਡਰ ਬੈਠਦਾ ਕਿ ਕਿਤੇ ਆਮ ਬੰਦੇ ਜੋ ਪੋਲੀਟੀਕਲ ਕਰਪਸ਼ਨ 'ਚ ਇਨਵੋਲਵਡ ਨਹੀਂ ਹੈਗੇ, ਕਿਤੇ ਉਹ ਸਾਡੀਆਂ ਬਿਜ਼ਨਸ ਹੈ ਜੋ ਲੁੱਟ ਖਸੁੱਟ ਦੀਆਂ ਦੁਕਾਨਾਂ ਬਣਾ ਰੱਖੀਆਂ ਪੋਲੀਟੀਕਲ ਪਾਰਟੀਜ਼, ਉਹ ਬੰਦ ਨਾ ਹੋ ਜਾਣ। ਤਾਂ ਇਹ ਮੇਰੇ ਖਿਆਲ ਨਾਲ ਦਸੰਬਰ ਦੇ ਵਿੱਚ ਐਲਾਨ ਹੋਇਆ, ਜਦੋਂ ਸਾਰੀਆਂ ਜਥੇਬੰਦੀਆਂ ਨੇ 23 ਜਥੇਬੰਦੀਆਂ ਨੇ ਐਲਾਨ ਕੀਤਾ ਤਾਂ ਡਰ ਬੈਠ ਗਿਆ ਇਹਨਾਂ ਨੂੰ। ਉਹ ਇਕੱਠੇ ਹੋ ਗਏ, ਫਿਰ ਉਹਨੇ ਵੱਡੇ ਵੱਡੇ ਵਕੀਲ ਬਿਠਾਤੇ ਆਪਣੇ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਦੇ ਵਿੱਚ। ਸਾਡੀ ਪਾਰਟੀ ਨਹੀਂ ਰਜਿਸਟਰ ਹੋ ਪਾਈ। 1 ਤਰੀਕ ਨੂੰ ਆਖਰੀ ਸਾਡੀ ਨੋਮੀਨੇਸ਼ਨ ਦੀ ਡੇਟ ਸੀ, ਉਦੋਂ ਤੱਕ ਅਸੀਂ ਦੇਖ ਰਹੇ ਸੀ ਮੋਰਚੇ ਵੱਲ ਕਿ ਸਾਨੂੰ ਕੀ ਆਦੇਸ਼ ਦੇਣਗੇ ਉਹ, ਹੈ ਨਾ। ਬੜਾ ਇੱਕ ਸਸਪੈਂਸ ਥ੍ਰਿਲਰ ਸੀ। ਇੱਕ ਪਾਸੇ ਤਾਂ ਅਸੀਂ ਤਿਆਰੀ ਨਹੀਂ ਸੀ ਕਰ ਪਾ ਰਹੇ, ਆਪਣੇ ਲੋਕਾਂ 'ਚ ਜਾ ਨਹੀਂ ਸੀ ਪਾ ਰਹੇ, ਹੈ ਨਾ। ਬਾਕੀ ਪਾਰਟੀਆਂ ਕੋਲ ਤਾਂ ਬੜੀ ਦੇਰ ਤੋਂ ਦੇ ਆਰ ਆਰਗੇਨਾਈਜ਼ਡ, ਦੇ ਹੈਵ ਅ ਸਟਰਕਚਰ, ਦੇ ਹੈਵ ਮਸਲ ਐਂਡ ਮਨੀ, ਇੱਕ ਪਾਵਰ ਹੈ ਉਹਨਾਂ ਕੋਲ। ਪਰ ਅਸੀਂ ਫਿਰ ਆਪਣੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਾਰਿਆਂ ਨੇ 117 ਤੇ ਫਾਰਮ ਭਰੇ। ਕਿਸਾਨ ਮੋਰਚੇ ਨੂੰ ਪੂਰੀ ਦੁਨੀਆ ਦੇ ਲੋਕਾਂ ਨੇ ਸਪੋਰਟ ਕੀਤਾ, ਲੇਕਿਨ ਸੰਯੁਕਤ ਸਮਾਜ ਮੋਰਚਾ ਨੂੰ ਉਨਾ ਹੁੰਗਾਰਾ ਨਹੀਂ ਮਿਲ ਰਿਹਾ। ਮਤਲਬ ਤੁਸੀਂ ਕਲਾਕਾਰਾਂ ਦੀ ਗੱਲ ਕੀਤੀ, ਕਲਾਕਾਰ ਬੜੀ ਵੱਡੀ ਤਾਦਾਦ ਦੇ ਵਿੱਚ ਮੋਰਚੇ ਤੇ ਰਹੇ। ਤੁਸੀਂ ਬਿਜ਼ਨਸਮੈਨ ਦੇਖ ਲਓ, ਤੁਸੀਂ ਕਿਸਾਨ, ਪਰ ਜਿਹੜਾ ਉਹ ਜੋਸ਼ ਸੀਗਾ ਉਹ ਲੋਕਾਂ ਨੇ ਉਸ ਰਾਜਨੀਤਿਕ ਪਾਰਟੀ ਲਈ ਕਿਉਂ ਨਹੀਂ ਦੱਸਿਆ ਕਿ ਅਗਰ ਉਹ ਲੋਕੀ ਚੇਂਜ ਵਾਕਈ ਹੀ ਪੰਜਾਬ ਚੇਂਜ ਚਾਹੁੰਦਾ ਤੇ ਉਹ ਜਿਹੜਾ ਜੋਸ਼ ਹੈ ਉਹ ਪਾਰਟੀ ਨੂੰ ਵੱਡਾ ਕਰਨ 'ਚ ਕਿਉਂ ਨਹੀਂ ਲੱਗ ਰਿਹਾ? ਤਾਂ ਬਹੁਤ ਜ਼ਿਆਦਾ ਦੁੱਖ ਹੈ ਮੈਨੂੰ ਇਸ ਗੱਲ ਦਾ ਕਿ ਅਸੀਂ ਮੁੱਦਿਆਂ ਤੋਂ ਫੇਰ ਭਟਕ ਗਏ ਹਾਂ।
ਜਿਨ੍ਹਾਂ ਚੀਜ਼ਾਂ ਦੇ ਲਈ ਸਾਨੂੰ ਲੜਾਈ ਲੜਨੀ ਹੁਣ ਜ਼ਰੂਰੀ ਹੈ, ਕਿਉਂਕਿ ਫਸਲਾਂ ਦੀ ਰਾਖੀ ਤਾਂ 3 ਕਾਲੇ ਕਾਨੂੰਨਾਂ ਦੇ ਨਾਲ ਪੂਰੀ ਨਹੀਂ ਹੋਈ। ਸਾਡੇ ਬੜੇ ਸਾਰੇ ਮੁੱਦੇ ਪੈਂਡਿੰਗ ਹੈ। ਜੇ ਐਮਐਸਪੀ ਸਾਰੀਆਂ ਫਸਲਾਂ ਤੇ ਮਿਲੇ ਤਾਂ ਅਸੀਂ ਕਣਕ ਝੋਨੇ ਦੇ ਚੱਕਰ ਤੋਂ ਨਿਜਾਤ ਮਿਲੂਗੀ, ਤਾਂ ਹੀ ਸਾਡੀ ਪਾਣੀ ਕ੍ਰੌਪ ਡਾਈਵਰਸੀਫਿਕੇਸ਼ਨ ਜੇ ਹੋਊਗੀ। ਜੇ ਕਿਸਾਨ ਨੂੰ ਬਾਕੀ ਫਸਲਾਂ ਤੇ ਮੁੱਲ ਮਿਲੂਗਾ ਉਹ ਤਾਂ ਬੀਜੂਗਾ ਨਾ ਬਾਕੀ ਫਸਲ, ਤਾਂ ਹੀ ਸਾਡੀ ਜ਼ਮੀਨ ਦਾ ਪਾਣੀ ਉੱਪਰ ਆਊਗਾ। ਇਹ ਸਾਰੇ ਮੁੱਦਿਆਂ ਤੇ ਕੋਈ ਵੀ ਅੱਜ ਕੱਲ੍ਹ ਗੱਲ ਨਹੀਂ ਕਰ ਰਿਹਾ ਹੁਣ, ਜਿੰਨੀ ਰਾਜਨੀਤਿਕ ਪਾਰਟੀਆਂ ਨੇ। ਪਰ ਮੈਨੂੰ ਇਸ ਗੱਲ ਦਾ ਬੜਾ ਇੱਕ ਹੈਰਾਨੀ ਹੈ ਪੰਜਾਬ ਤੋਂ, ਜਿੱਥੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਅਸੀਂ ਬਦਲ ਚਾਹੁੰਦੇ ਹਾਂ, ਪੰਜਾਬ ਦੇ ਲੋਕ ਮਤਲਬ ਰਾਜਨੀਤਿਕ ਟ੍ਰੈਡੀਸ਼ਨਲ ਪਾਰਟੀਆਂ ਤੋਂ ਅੱਕੇ ਨੇ, ਉੱਥੇ ਉਹ ਕਿਸਾਨੀ ਅੰਦੋਲਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣਾਉਂਦੇ ਨੇ। ਤੇ ਉਹੀ ਪਾਰਟੀ ਜਦੋਂ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰਦੀ ਹੈ, ਰਾਜਨੀਤਿਕ ਬਦਲ ਦੇਣਾ ਚਾਹੁੰਦੀ ਹੈ, ਤੇ ਪਿੰਡਾਂ ਦੇ ਵਿੱਚ ਮੈਂ ਇੰਨਾ ਵੱਡਾ ਜਾਂ ਲੋਕਾਂ 'ਚ ਉਹ ਜਿਹੜਾ ਜੋਸ਼ ਠਿੱਕਰੀ ਬਾਰਡਰ ਜਾਂ ਸਿੰਘੂ ਤੇ ਸੀ, ਉਹ ਤੁਹਾਡੇ ਨਾਲ ਜਾਂ ਉਹਨਾਂ ਮੀਡੀਆ 'ਚ ਜਾਂ ਬਾਕੀ ਥਾਵਾਂ ਦੇ ਉੱਤੇ ਮੈਂ ਪ੍ਰਚਾਰ ਨਹੀਂ ਦੇਖਿਆ। ਸਾਡੀ ਪਾਰਟੀ ਬਹੁਤ ਲੇਟ ਹੋਣ 'ਚ ਆਈ ਹੈ। ਸਾਡੇ ਕੋਲ ਬਹੁਤ ਜ਼ਿਆਦਾ ਪੈਸਾ ਨਹੀਂ ਹੈ ਪ੍ਰਚਾਰ ਦੇ ਉੱਤੇ, ਸਾਧਨਾਂ ਦੇ ਉੱਤੇ ਖਰਚਣ ਦੇ ਲਈ। ਪਰ ਜੇ ਮੈਂ ਧਰਾਤਲ ਦੀ ਗੱਲ ਕਰਾਂ, ਜ਼ਮੀਨੀ ਤੌਰ ਤੇ, ਜਿਵੇਂ ਮੈਂ ਹੁਣ ਪਿੰਡਾਂ 'ਚ ਜਾ ਰਹੀ ਹਾਂ, ਬਹੁਤ ਜ਼ਿਆਦਾ ਪਿਆਰ ਸਾਨੂੰ ਪਿੰਡਾਂ 'ਚ ਮਿਲ ਰਿਹਾ ਹੈ। ਮੈਂ ਕਸਬੇ ਦੇ ਵਿੱਚ ਗਈ ਕੱਲ੍ਹ, ਬਸੀ ਪਠਾਣਾ, ਉਹ ਲਾਈਵ ਵੀ ਆਇਆ ਇੱਕ ਚੈਨਲ ਨੇ, ਮੈਨੂੰ ਦੇਖ ਕੇ ਉਹ ਕਹਿੰਦੇ ਕਿਹੜੀ ਪਾਰਟੀ ਤੋਂ ਹੈ? ਮੈਂ ਕਿਹਾ ਸੰਯੁਕਤ ਸਮਾਜ ਮੋਰਚੇ ਤੋਂ। ਲੇਡੀਜ਼ ਰੋਣਾ ਸ਼ੁਰੂ ਕਰ ਦਿੰਦੇ ਨੇ, ਉਹ ਕਹਿੰਦੇ ਅਸੀਂ ਤਾਂ ਉਡੀਕ ਕਰ ਰਹੇ ਸੀ ਬੜੀ ਦੇਰ ਤੋਂ, ਡਰੇ ਬੈਠੇ ਸੀ ਵੀ ਉਹ ਕਿਉਂ ਨਹੀਂ ਆਏ ਹੈਗੇ ਹਲੇ ਤੱਕ। ਮਨ ਬਣਾਈ ਬੈਠੇ ਨੇ ਲੋਕ, ਕਿਉਂਕਿ ਅਫੈਕਟਡ ਨੇ। ਪ੍ਰਚਾਰ ਦੇ ਸਾਧਨਾਂ 'ਚ ਮੈਂ ਮੰਨਦੀ ਹਾਂ ਅਸੀਂ ਬਹੁਤ ਪਿੱਛੇ ਹਾਂ। ਸਾਡੇ ਕੋਲ ਮਸਲ ਮਨੀ ਪਾਵਰ ਨਹੀਂ ਹੈ, ਵੱਡਾ IT ਸੈੱਲ ਨਹੀਂ ਹੈ। ਆਪਣੀ ਹੀ ਮੈਂ ਫੇਸਬੁੱਕ ਪੇਜ 'ਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਪਰਿਵਾਰ ਦੀ ਟੀਮ ਹੈ ਉਹੀ ਮੈਨੇਜ ਕਰ ਰਹੀ ਹੈ। ਸਾਡੇ ਕੋਲ ਨਹੀਂ ਪੈਸਾ ਬਾਕੀ ਪਾਰਟੀਆਂ ਦੀ ਤਰ੍ਹਾਂ, ਕਿਉਂਕਿ ਉਹਨਾਂ ਨੇ ਸਾਡੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਹੈ, ਉਹ ਕਰ ਸਕਦੇ ਆ ਖਰਚ। ਦੇ ਹੈਵ ਦ ਪਾਵਰ ਆਫ ਮਨੀ, ਜੋ ਸਾਡੇ ਹੀ ਟੈਕਸ ਦੇ ਵਿੱਚੋਂ ਜਾਂ ਸਾਡੀਆਂ ਜਿਵੇਂ ਇਹ ਪਾਰਟੀਆਂ ਨੇ ਟਿਕਟਾਂ ਵੀ ਵੰਡੀਆਂ ਨੇ, ਉਹਨਾਂ ਕੋਲ ਤਾਂ ਕਰੋੜਾਂ ਰੁਪਈਏ ਟਿਕਟਾਂ ਖਰੀਦਣ ਦੇ ਲਈ। ਆਮ ਆਦਮੀ ਦੇ ਲਈ ਪੋਲੀਟਿਕਸ ਦੇ ਵਿੱਚ ਆਉਣਾ ਜਾਂ ਚੋਣ ਲੜਨਾ, ਇਹ ਇੱਕ ਬਹੁਤ ਵੱਡੀ ਚੁਣੌਤੀ ਹੈ। ਕੋਈ ਵੀ ਛੋਟਾ ਬੰਦਾ ਅੱਜ ਚੋਣ ਲੜ ਨਹੀਂ ਸਕਦਾ, ਕਿਉਂਕਿ ਟਿਕਟਾਂ ਵਿਕਦੀਆਂ ਨੇ, ਇੱਥੇ ਕਰੋੜਾਂ ਦੇ ਵਿੱਚ ਵਿਕਦੀਆਂ ਨੇ। ਤਾਂ ਇਹ ਜੋ ਸੰਭਵ ਹੋਇਆ ਸੰਯੁਕਤ ਸਮਾਜ ਮੋਰਚੇ ਦੇ ਵਿੱਚੋਂ, ਅਸੀਂ ਕੰਮ ਕੀਤਾ, ਜਿਨ੍ਹਾਂ ਲੋਕਾਂ ਨੇ ਉੱਥੇ ਮੋਰਚੇ ਦੇ ਵਿੱਚ ਸਾਨੂੰ ਟਿਕਟਾਂ ਮਿਲੀਆਂ। ਅਸੀਂ ਆਪਣੀ ਸੋਚ ਨੂੰ ਪਹਿਰਾ ਦੇਣਾ ਚਾਹੁੰਦੇ ਹਾਂ, ਪੰਜਾਬ ਬਚਾਉਣ ਦੀ ਲੜਾਈ ਕਰ ਰਹੇ ਹਾਂ। ਇਹ ਸਭ ਚੀਜ਼ਾਂ ਦੇ ਉੱਤੇ ਹੁਣ ਦੁਬਾਰਾ ਸਾਰਿਆਂ ਨੂੰ ਮੈਂ ਕਹਿ ਰਹੀ ਹਾਂ ਕਿ ਜਿਵੇਂ ਸਾਨੂੰ ਮਿਲ ਰਿਹਾ ਪਿਆਰ, ਉਹ ਧਰਾਤਲ ਦੇ ਉੱਤੇ ਹੈ। ਇਹ ਸਾਰਾ ਆਉਣ ਵਾਲੀ ਜਦੋਂ ਸਾਡੀ ਇਲੈਕਸ਼ਨ ਦਾ ਰਿਜ਼ਲਟ ਆਊਗਾ, ਬੜੇ ਹੈਰਾਨੀਜਨਕ ਨਤੀਜੇ ਲੋਕਾਂ ਨੂੰ ਦੇਖਣ ਨੂੰ ਮਿਲਣਗੇ। ਕੇਜਰੀਵਾਲ ਸਾਹਿਬ ਨੇ ਰਾਜੇਵਾਲ ਸਾਹਿਬ ਨੂੰ CM ਦਾ ਲੱਡੂ ਵਿਖਾ ਕੇ ਸੰਯੁਕਤ ਸਮਾਜ ਮੋਰਚੇ ਨੂੰ ਬਹੁਤ ਡਿਲੇ ਕਰ ਦਿੱਤਾ ਚੀਜ਼ਾਂ 'ਚ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈ, ਕਿਉਂਕਿ ਲੱਡੂ CM ਬਣਨਾ ਇਹ ਬਹੁਤ ਛੋਟੇ ਮੁੱਦੇ ਨੇ। ਰਾਜੇਵਾਲ ਸਾਹਿਬ ਬਹੁਤ ਦੇਰ ਤੋਂ ਜਥੇਬੰਦੀਆਂ ਦੇ ਨਾਲ ਲੱਗੇ ਹੋਏ ਨੇ ਤੇ ਉਹਨਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਲਈ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਤੇ ਬੜਾ ਕੁਛ ਕਿਸਾਨਾਂ ਨੂੰ ਦਵਾਇਆ ਹੈ। ਸਾਡੇ ਸਟੇਟ ਪੰਜਾਬ ਦੇ ਵਿੱਚ ਜੇ ਅੱਜ ਬਾਕੀ ਸੂਬਿਆਂ ਨਾਲੋਂ MSP ਮਿਲ ਰਹੀ ਹੈ ਤਾਂ ਇਹਨਾਂ ਕਿਸਾਨ ਜਥੇਬੰਦੀਆਂ ਕਰਕੇ ਹੀ ਮਿਲ ਰਹੀ ਹੈ। ਤੇ ਉਹ ਇੱਕ ਜੋ ਮੋਰਚਾ ਜਿੱਤ ਕੇ ਆ ਕੇ ਇੱਥੇ ਪੰਜਾਬ ਦੇ ਵਿੱਚ ਪਰਤੇ ਨੇ, ਇਹ ਸਿਆਣਪ ਦਾ ਹੀ ਉਹਨਾਂ ਦਾ ਨਤੀਜਾ ਕਿ ਅਸੀਂ ਇਹ ਪ੍ਰਾਪਤੀ ਇੰਨਾ ਆਰਗੇਨਾਈਜ਼ਡ, ਕਿਉਂਕਿ 4 ਬੰਦੇ ਜੇ ਕਰਦੇ ਹੁਣ ਉਹ ਵੀ ਲੜ ਪੈਂਦੇ ਨੇ ਆਪਸ ਦੇ ਵਿੱਚ, ਤੇ ਇੰਨੀ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਉੱਥੇ ਬੈਠੇ ਸੀ। ਹੋਇਆ ਵੀ ਵਿੱਚ ਬਹੁਤ ਕੁਛ ਬਟ ਉਹਨਾਂ ਨੇ ਸੰਭਾਲਿਆ ਹੈ ਨਾ ਇਹ ਸਾਰਾ ਕੁਛ। ਜਦੋਂ ਅਸੀਂ ਵਾਪਸ ਆਏ ਹਾਂ ਉੱਥੋਂ ਅੰਦੋਲਨ ਜਿੱਤ ਕੇ, ਤਾਂ ਕੁਛ ਪ੍ਰੈਸ਼ਰ ਕਈ ਗਰੁੱਪਸ ਵੱਲੋਂ ਇੱਦਾਂ ਹੋਇਆ ਕਿ ਇਹਨਾਂ ਦੇ ਨਾਲ ਰਲ ਕੇ ਦੇਖਣਾ ਬਣਦਾ ਹੈ ਕਿ ਸ਼ਾਇਦ ਜੋ ਇਸ ਟਾਈਮ ਤੇ ਬਦਲ ਦੀ ਉਮੀਦ ਪੰਜਾਬ ਨੂੰ ਲੱਗ ਰਹੀ ਹੈ ਉਹ ਆਮ ਆਦਮੀ ਪਾਰਟੀ ਤੋਂ ਮਿਲੇ। ਪਰ ਇਹਨਾਂ ਨੇ ਜਿਵੇਂ ਟਿਕਟਾਂ ਦੇ ਵਿੱਚ ਅਕਾਲੀਆਂ ਨੂੰ ਤੇ ਕਾਂਗਰਸਾਂ ਨੂੰ ਵੇਚ ਕੇ ਟਿਕਟਾਂ, ਇੱਕ ਸਾਡੀ ਬੇਸਿਕ ਹੀ ਉਸ ਤੋਂ ਸੋਚ ਤੋਂ ਪਰੇ ਚਲੇ ਗਏ, ਹੈ ਨਾ। ਆਪਣਾ ਹੀ ਜੋ ਉਹਨਾਂ ਦੀ ਕਹਿਣੀ ਤੇ ਕਥਨੀ 'ਚ ਫਰਕ ਹੋ ਗਿਆ। ਤੇ ਉਸ ਦੇ ਵਿੱਚ ਇਹਨਾਂ ਨੇ ਕੋਈ ਵੀ ਇੱਕ ਪੰਜਾਬ ਦਾ ਮੁੱਦਾ ਹੈ, ਜੋ ਪੰਜਾਬ ਮਾਡਲ ਹੈ, ਉਹ ਆਮ ਆਦਮੀ ਪਾਰਟੀ ਤੋਂ ਸਾਨੂੰ ਨਹੀਂ ਦਿਖ ਰਿਹਾ। ਸਾਡੇ ਪਾਣੀਆਂ ਦਾ ਸਟੈਂਡ ਹੈ, ਜੋ ਰਾਈਪੇਰੀਅਨ ਲਾਅ ਹੈ, ਉਹਦੇ ਮੁਤਾਬਕ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ। ਜੇ ਅਸੀਂ ਕਿਸੇ ਸੂਬੇ ਨੂੰ ਦਿੰਦੇ ਹਾਂ ਤਾਂ ਉਹਦਾ ਬਣਦਾ ਜੋ ਮੁੱਲ ਹੈ ਉਹ ਸੂਬੇ ਨੇ ਪੇ ਕਰਨਾ ਹੈ। ਦਿੱਲੀ ਸਰਕਾਰ ਪੇ ਨਹੀਂ ਕਰ ਰਹੀ। ਅਰਵਿੰਦ ਕੇਜਰੀਵਾਲ ਜੀ ਦਾ ਬਿਆਨ ਬਾਰ-ਬਾਰ ਆ ਰਿਹਾ ਕਿ ਦਿੱਲੀ ਨੂੰ ਅਸੀਂ ਪਾਣੀ ਦੀ ਕਿੱਲਤ ਨਹੀਂ ਹੋਣ ਦੇਵਾਂਗੇ। ਤਾਂ ਪੰਜਾਬ ਦੇ ਬਾਰੇ ਉਹਨਾਂ ਦਾ ਕੀ ਸਟੈਂਡ ਹੈ ਇਸ ਮਾਮਲੇ 'ਚ? ਸਾਡਾ ਜੋ ਪੁਰਾਣਾ ਪੈਸਾ ਹੈ ਉਹ ਸਾਨੂੰ ਨਹੀਂ ਦੇ ਰਹੇ ਹੋ, ਹੈ ਨਾ। ਤਾਂ ਪੰਜਾਬ ਦੀ ਜੋ ਬੇਸਿਕ ਜੋ ਫਾਈਟ ਹੈ ਸਾਡੀ, ਉਹਦੇ ਤੇ ਸਾਡਾ ਮਤਭੇਦ ਹੋ ਗਿਆ। ਤੁਹਾਨੂੰ ਇਹ ਲੱਗਦਾ ਕਿ ਰਾਜੇਵਾਲ ਸਾਹਿਬ ਨੂੰ
ਆਮ ਆਦਮੀ ਪਾਰਟੀ ਨੇ ਜਿਹੜੀ ਆਪਸ 'ਚ ਗਠਬੰਧਨ 'ਚ ਡਿਲੇ ਜਾਂ ਸੋਚਣ ਦੇ ਲਈ ਇੰਨਾ ਸਮਾਂ ਲੈਣ ਦੇ ਵਿੱਚ ਬਾਕੀ ਪਾਰਟੀਆਂ ਨੇ ਵੀ ਰੋਲ ਪਲੇ ਕੀਤਾ ਕਿ ਆਮ ਆਦਮੀ ਪਾਰਟੀ ਜਾਂ ਬਾਕੀ ਪਾਰਟੀਆਂ ਨੇ ਮਿਲ ਕੇ ਵੀ ਕਿਸੇ ਤਰੀਕੇ ਨਾਲ ਇਹ ਸੰਯੁਕਤ ਸਮਾਜ ਮੋਰਚੇ ਨੂੰ ਰੋਕਣ ਦਾ ਇੱਕ ਵੱਡਾ ਕੰਮ ਸੀਗਾ ਜਿਹੜਾ ਪਹਿਲਾ ਕੰਮ ਰੋਕਿਆ ਗਿਆ। ਬਿਲਕੁਲ, ਉਹ ਸ਼ੁਰੂ ਤੋਂ ਹੀ ਸ਼ੁਰੂ ਹੋ ਗਿਆ ਸੀ। ਪਹਿਲਾਂ ਉਹਨਾਂ ਨੇ ਸਾਨੂੰ ਪਾਰਟੀ ਮਤਲਬ ਅਨਾਉਂਸ ਹੋਣ 'ਚ ਡਿਲੇ ਕੀਤਾ, ਬਾਅਦ ਦੇ ਵਿੱਚ ਜਦੋਂ ਅਨਾਉਂਸ ਹੋ ਗਈ ਫਿਰ ਉਹਨਾਂ ਨੇ ਡਿਲੇ ਕੀਤਾ ਕਿ ਰਜਿਸਟਰ ਨਾ ਹੋ ਜੇ, ਅਤੇ ਸਾਨੂੰ ਨਾਮ ਦੇ ਵਿੱਚ ਤੋਂ ਬਾਅਦ ਰਜਿਸਟਰ ਤੋਂ ਬਾਅਦ ਵੀ ਨਾਮ ਦਾ ਆਇਆ ਕਿ ਸਾਡੇ ਨਾਮ ਨੂੰ ਮਾਨਤਾ ਮਿਲ ਗਈ ਅਸੀਂ ਸਮਾਜ ਮੋਰਚੇ ਦੇ। ਉਹ ਤੋਂ ਬਾਅਦ ਸਾਨੂੰ ਇੱਕ ਸਿੰਬਲ ਨਾ ਮਿਲੇ ਸਾਰੇ ਕੈਂਡੀਡੇਟਸ ਨੂੰ, ਕਿਉਂਕਿ ਅਸੀਂ ਬੜੀਆਂ ਅਰਜ਼ੋਈਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਕਿ ਜਿੰਨੇ ਅਸੀਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਇੱਕ ਬੈਨਰ ਹੇਠ ਚੋਣ ਲੜ ਰਹੇ ਹਾਂ, ਸਾਨੂੰ ਇੱਕ ਸਿੰਬਲ ਮਿਲ ਜਾਣਾ ਚਾਹੀਦਾ ਹੈ। ਉਹ ਵੀ ਸਾਨੂੰ ਸਾਰੇ ਹਲਕਿਆਂ 'ਚ ਨਹੀਂ ਮਿਲਿਆ। ਬਹੁਤ ਸਾਰੇ ਹਲਕਿਆਂ 'ਚ ਮੈਨੂੰ ਜਿਵੇਂ ਚੋਣ ਨਿਸ਼ਾਨ ਬਸੀ ਪਠਾਣਾ ਤੋਂ ਮੰਜਾ ਮਿਲਿਆ ਮੰਜਾ ਬੜੇ ਸਾਰੇ, ਬਟ ਹੋਰ ਕੈਂਡੀਡੇਟਸ ਨੂੰ ਅਲੱਗ-ਅਲੱਗ ਚੋਣ ਨਿਸ਼ਾਨ ਵੀ ਮਿਲੇ ਨੇ। ਤਾਂ ਸ਼ੁਰੂ ਤੋਂ ਹੀ ਸ਼ੁਰੂ ਹੋ ਗਿਆ ਔਰ ਐਂਡ ਤੱਕ ਹੋਇਆ, ਕਿਉਂਕਿ ਉਹ ਸਾਰੇ ਡਰੇ ਹੋਏ ਨੇ ਇਸ ਗੱਲ ਤੋਂ, ਕਿਉਂਕਿ ਕਾਫੀ ਜ਼ਿਆਦਾ ਲੋਕ ਇਕੱਲੇ ਕਿਸਾਨ ਨਹੀਂ ਬਾਕੀ ਵਰਗ ਵੀ ਮਜ਼ਦੂਰ ਵਪਾਰੀ ਅਫੈਕਟਡ ਨੇ। ਉਹ ਤਿਆਰ ਬੈਠੇ ਨੇ ਕਿ ਮੋਰਚਾ ਜਦੋਂ ਅਸੀਂ ਅਪਰੋਚ ਕਰਦੇ ਹਾਂ ਨਾ ਤਾਂ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ। ਇਹਨਾਂ ਸਾਰੇ ਡਰ ਤੋਂ ਹੀ ਉਹਨਾਂ ਨੇ ਸਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਲੇਟ ਕੀਤਾ, ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੇ, ਬੀਜੇਪੀ ਵਾਲਿਆਂ ਨੇ ਤੇ ਬਾਕੀਆਂ ਨੇ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੋ ਗਈਆਂ ਨੇ। ਪੰਜਾਬ ਨੂੰ ਮੈਂ ਕਹਿ ਦੇਵਾਂ ਕਿ ਇੱਕ ਨਵੇਂ ਸਿਰੇ ਤੋਂ ਸਿਰਜਣ ਦੀ ਲੋੜ ਹੈ ਤਾਂ ਸ਼ਾਇਦ ਅੱਤਕਥਨੀ ਨਹੀਂ ਹੋਏਗੀ, ਜਿਹਦਾ ਇੱਕ ਚੀਜ਼ ਨੂੰ ਢਾਹ ਕੇ ਨਵੀਂ ਬਣਾਉਣਾ ਪੈਣਾ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੀ ਵਕਤ ਆ ਗਿਆ ਸਾਡੇ ਸਾਰਿਆਂ ਦੇ ਉੱਤੇ ਕਿ ਪਿਛਲਾ ਸਾਰਾ ਸਾਫ਼ ਕਰਕੇ ਇੱਕ ਨਵਾਂ ਪੰਜਾਬ ਸਿਰਜਣਾ ਪਏਗਾ। ਉਹਦੇ ਵਿੱਚ ਸੰਯੁਕਤ ਸਮਾਜ ਮੋਰਚਾ ਕਿਹੜੇ ਮੁੱਦਿਆਂ ਦੇ ਉੱਤੇ ਰਾਜਨੀਤੀ ਕਰ ਰਿਹਾ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਸਾਡਾ ਆਰਥਿਕ ਜੋ ਢਾਂਚਾ ਉਹ ਇਸ ਸਮੇਂ ਪੰਜਾਬ 3,75,000 ਕਰੋੜ ਰੁਪਏ ਕਰਜ਼ ਦੇ ਮਾਰ ਹੇਠ ਹੈ। ਉਹਦਾ ਵਿਆਜ ਹੀ ਨਹੀਂ ਸਾਡੇ ਤੋਂ ਮੋੜਿਆ ਜਾਂਦਾ। ਪੋਲੀਟੀਕਲ ਕਰਪਸ਼ਨ ਇੰਨੇ, ਰੇਤ ਮਾਫੀਆ, ਬਜਰੀ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਇਹ ਕਰਪਸ਼ਨਸ ਜਿੰਨੀਆਂ ਪੁਰਾਣੀ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਕੀਤੀ ਹੈ, ਜੋ ਇੰਝ ਹੀ ਚਾਲੂ ਰਹੀ ਤਾਂ ਸਾਡੇ ਕੋਲ ਹੁਣ ਵੀ ਤਨਖਾਹਾਂ ਦੇਣ ਨੂੰ ਕਹਿੰਦੇ ਖਜ਼ਾਨਾ ਖਾਲੀ ਹੈ। ਹਰ ਵਾਰ ਜੇ ਅਸੀਂ ਸਿਹਤ ਸਹੂਲਤਾਂ ਦੀ ਗੱਲ ਕਰੀਏ, ਜਿੰਨੇ ਸਰਕਾਰੀ ਅਦਾਰੇ ਨੇ ਕੋਈ ਵੀ ਕੰਮ ਨਹੀਂ ਕਰ ਰਹੇ। ਇਹ ਪ੍ਰਾਈਵੇਟਾਈਜੇਸ਼ਨ ਚਾਹੇ ਹੈਲਥ ਦੀ ਹੈ, ਚਾਹੇ ਉਹ ਐਜੂਕੇਸ਼ਨ ਦੀ ਹੈ, ਉਹ ਇੱਕ ਅਮੀਰ ਔਰ ਗਰੀਬ ਦੇ ਪਾੜੇ ਨੂੰ ਵਧਾਉਂਦੀ ਹੈ। ਗਰੀਬ ਦਾ ਬੱਚਾ ਪੜ੍ਹ ਨਹੀਂ ਪਾਏਗਾ, ਹੈ ਨਾ। ਜੋ ਨਹੀਂ ਅਫੋਰਡ ਕਰ ਸਕਦਾ ਉਹ ਅਨਪੜ੍ਹ ਰਹਿ ਗਿਆ, ਉਹਨੇ ਆਪਣੇ ਹੱਕ ਕਦ ਮੰਗਣੇ ਨੇ। ਤਾਂ ਇਹ ਹੁਣ ਇਹ ਸਾਰੀਆਂ ਚੀਜ਼ਾਂ ਜੋ ਸਾਡੀਆਂ ਬੁਨਿਆਦੀ ਲੋੜਾਂ, ਗਲੀਆਂ ਨਾਲੀਆਂ ਦੀ ਰਾਜਨੀਤੀ ਹੋਈ ਹੈ, ਉਹਦਾ ਵੀ ਵਿਕਾਸ ਨਹੀਂ ਹੋਇਆ, ਨਾਲੀਆਂ 'ਚ ਹੀ ਰੁਲ ਗਿਆ ਵਿਕਾਸ। ਹਾਂ, ਮਤਲਬ ਤੁਸੀਂ ਦੇਖੋ ਕਿ ਅੱਜ ਵੀ ਸਾਡਾ ਮਸਲਾ ਕੀ ਹੈ ਕਿ ਸਾਡੇ ਘਰ ਦੇ ਅੱਗੇ ਗਲੀ ਟੁੱਟੀ ਹੋਈ ਹੈ। ਮਤਲਬ ਲੋਕੀ ਚੰਦਰਮਾ ਦੇ ਉੱਤੇ ਪਹੁੰਚ ਗਏ ਨੇ। ਦੁਨੀਆ ਮਤਲਬ ਕਿਸ ਤਰ੍ਹਾਂ ਦੀਆਂ ਫੰਡਿੰਗਸ ਆਪਣੇ ਬੱਚਿਆਂ ਦੀ ਮੈਂਟਲ ਗਰੋਥ ਦੇ ਉੱਤੇ ਕਰ ਰਹੀਆਂ ਨੇ, ਤੇ ਸਾਡੇ ਬੇਸਿਕ ਮੁੱਦੇ ਨੇ ਕਿ ਸਾਡੇ ਘਰ ਦੇ ਬਾਹਰ ਬਲਬ ਨਹੀਂ ਲੱਗਾ, ਟਿਊਬਲਾਈਟ ਖਰਾਬ ਹੈ, ਸਾਡੀ ਗਲੀ ਟੁੱਟ ਗਈ ਹੈ। ਮੈਨੂੰ ਇਹ ਨਹੀਂ ਸਮਝ ਲੱਗਦਾ ਵੀ ਕਿੰਨੀਆਂ ਕੁ ਹੋਰ ਜਨਰੇਸ਼ਨਸ ਜਿਹੜੀਆਂ ਨੇ ਉਹ ਸਿਰਫ ਇਹੋ ਹੀ ਕੰਮ ਕਰਨਗੀਆਂ। ਨਹੀਂ, ਪਰ ਇਹ ਸੋਚਣ ਦੀ ਗੱਲ ਹੈ ਨਹੀਂ ਕਿ ਉਹ ਪੈਸਾ ਗਿਆ ਕਿੱਥੇ। ਇਹ ਸੱਚੀ ਮੁੱਦਾ ਹੈ। ਮੈਂ ਜਿੰਨੇ ਪਿੰਡਾਂ 'ਚ ਜਾ ਰਹੀ ਹਾਂ, ਲੋਕਾਂ ਦੀ ਮੰਗ ਹੀ ਇਹ ਹੈ। ਸੀਵਰੇਜ ਦਾ ਪਾਣੀ ਨਾ ਮੈਮ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਵੜਿਆ ਹੋਇਆ ਹੈ। ਰਸਤਾ ਹੈ ਨਹੀਂ ਉਹਨਾਂ ਨੂੰ ਘਰ ਦੇ ਬਾਹਰ ਨਿਕਲਣ ਦਾ। ਸੜਕਾਂ ਨਾਲੀਆਂ ਬਣੀਆਂ ਨਹੀਂ ਹੋਈਆਂ। ਜਿਸ ਮੁੱਦੇ ਤੇ ਰਾਜਨੀਤੀ ਹੋਈ ਵੀ ਹੈ ਨਾ, ਉਸ ਤੇ ਵੀ ਅਸੀਂ 0% ਤੇ ਖੜੇ ਹਾਂ। ਇੰਨਾ ਬੁਰਾ ਹਾਲ ਹੈ। ਕਿੰਨੀਆਂ ਟਿਕਟਾਂ ਸੰਯੁਕਤ ਸਮਾਜ ਮੋਰਚੇ ਨੇ ਔਰਤਾਂ ਨੂੰ ਦਿੱਤੀਆਂ ਨੇ? ਸਾਡੇ ਮੋਰਚੇ ਨੇ ਇਸ ਵਾਰ 4 ਟਿਕਟਾਂ ਔਰਤਾਂ ਨੂੰ ਦਿੱਤੀਆਂ ਨੇ। ਜਦੋਂ ਪਾਰਟੀ ਬਣੀ, ਕਾਫੀ ਲੇਟ ਬਣੀ ਹੈ, ਦਸੰਬਰ ਦਾ ਆਲਮੋਸਟ ਐਂਡ ਸੀ, ਤਾਂ ਸਾਡੀ ਪਾਰਟੀ ਵੱਲੋਂ ਬੜੀਆਂ ਸਾਰੀਆਂ ਵੀਡੀਓਜ਼, ਡਾਕਟਰ ਸੁਆਈਮਾਨ ਨਾਲ ਮੈਂ ਕੰਮ ਕੀਤਾ ਉੱਥੇ ਟਿਕਰੀ 'ਤੇ, ਉਹਨਾਂ ਨੇ ਸਪੈਸ਼ਲ ਵੀਡੀਓਜ਼ ਬਣਾ ਕੇ ਔਰਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਵੂਮਨ ਕੈਂਡੀਡੇਟਸ ਦੀ, ਪੜ੍ਹੀਆਂ ਲਿਖੀਆਂ ਕੁੜੀਆਂ ਦੀ ਬਹੁਤ ਜ਼ਿਆਦਾ ਲੋੜ ਹੈ, ਜਿਨ੍ਹਾਂ ਨੇ ਆਪਣਾ ਸੋਚ 'ਤੇ ਪਹਿਰਾ ਦੇਣਾ ਹੈ, ਪੰਜਾਬ ਦੇ ਲਈ ਲੜਨਾ ਹੈ, ਔਰ ਜਿਨ੍ਹਾਂ ਨੇ ਮੋਰਚੇ 'ਚ ਕੰਮ ਕੀਤਾ ਹੈ, ਉਹ ਸਾਰੇ ਅੱਗੇ ਆਉਣ ਤੇ ਔਰਤਾਂ ਦੀ ਸ਼ਮੂਲੀਅਤ ਵੱਧ ਤੋਂ ਵੱਧ ਹੋਵੇ। ਸਾਨੂੰ ਪਾਰਟੀ ਨੂੰ ਸਕਰੀਨਿੰਗ ਦੇ ਵਿੱਚ ਮੈਨੂੰ ਇਹ ਪਤਾ ਚੱਲਿਆ ਕਿ ਜਦੋਂ ਸਕਰੀਨਿੰਗ ਹੋਈ ਸਾਡੀ, ਕਿਉਂਕਿ ਮੈਂ ਵੀ ਅਪਲਾਈ ਕੀਤਾ ਸੀ, ਤੇ ਵੂਮਨ ਕੈਂਡੀਡੇਟਸ ਨੇ ਨਹੀਂ ਅਪਲਾਈ ਕੀਤਾ ਕਿਉਂਕਿ ਸਮਾਂ ਸਾਡੇ ਕੋਲ ਘੱਟ ਸੀ। ਅਸੀਂ ਨਵੀਂ ਜੰਮੀ ਪਾਰਟੀ ਹੈ ਬਾਕੀਆਂ ਦੇ ਮੁਕਾਬਲੇ। ਤੁਹਾਨੂੰ ਪਤਾ ਕਿ ਤੁਹਾਨੂੰ ਲੱਗਦਾ ਕਿ ਔਰਤ ਨੂੰ ਰਾਜਨੀਤੀ ਤੋਂ ਔਰਤ ਨੂੰ ਰਾਜਨੀਤੀ 'ਚ ਰੋਕਣ ਲਈ ਬਹੁਤ ਵਾਰ ਡਰਾਇਆ ਜਾਂਦਾ, ਤੁਸੀਂ ਮੰਨਦੇ ਹੋ ਇਸ ਗੱਲ ਨੂੰ? ਪਿਤਾ ਪੁਰਖੀ ਗਲਬਾ ਹੈ ਇੱਕ, ਜੋ
ਹਰ ਵਰਗ ਦੇ ਵਿੱਚ ਹੈ, ਉਵੇਂ ਰਾਜਨੀਤੀ ਵਿੱਚ ਸਭ ਤੋਂ ਵੱਧ ਹੈ ਤੇ ਔਰਤਾਂ ਨੂੰ ਸ਼ਮੂਲੀਅਤ ਹੋਣ ਤੋਂ ਰੋਕਿਆ ਜਾਂਦਾ ਹੈ। ਸਾਡਾ ਸੋਸ਼ਲ ਸਟਰਕਚਰ ਵੀ ਉਹਦੇ ਲਈ ਜ਼ਿੰਮੇਵਾਰ ਹੈ। ਆਦਮੀ ਡਰਦਾ ਹੈ ਕਿ ਔਰਤ ਜ਼ਿਆਦਾ ਸਮਝਦਾਰ ਹੋ ਗਈ ਹੈ। ਮੇਰੇ ਘਰ ਦੇ ਵਿੱਚ ਇਦਾਂ ਨਹੀਂ ਸੀ, ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ ਮੇਰੀ ਫੈਮਿਲੀ ਤੋਂ, ਬਟ ਹੈ ਪਿੰਡਾਂ ਦੇ ਵਿੱਚ ਵੀ ਹੈ, ਸ਼ਹਿਰਾਂ ਦੇ ਵਿੱਚ ਵੀ ਹੈ। ਕੁੜੀਆਂ ਬਹੁਤ ਕੈਪੇਬਲ ਨੇ, ਮਲਟੀਟਾਸਕਿੰਗ ਦੇ ਵਿੱਚ ਮੁੰਡਿਆਂ ਨਾਲੋਂ ਜ਼ਿਆਦਾ ਅੱਗੇ ਨੇ, ਔਰ ਇੱਕ ਰਿਸਪੌਂਸਿਬਿਲਿਟੀ ਦੀ ਜੋ ਗੱਲ ਹੈ ਉਹ ਮੇਰੇ ਖਿਆਲ ਨਾਲ ਮੋਰਚੇ ਦੇ ਵਿੱਚ ਵੀ ਜਿਵੇਂ ਮੈਂ ਦੇਖਿਆ ਨਾ, ਕੁੜੀਆਂ ਬਹੁਤ ਕੁਝ ਕਰ ਸਕਦੀਆਂ ਨੇ, ਸਮਾਜ ਨੂੰ ਬਦਲ ਸਕਦੀਆਂ ਨੇ। ਨਹੀਂ ਅੱਗੇ ਨੇ ਆ ਰਹੀਆਂ, ਉਹਦੇ ਪਿੱਛੇ ਸੋਸ਼ਲ ਸਟਰਕਚਰ ਵੀ ਹੈ ਔਰ ਰਾਜਨੀਤਿਕ ਡਰ ਵੀ ਹੈ, ਕਿਉਂਕਿ ਜਦੋਂ ਕੋਈ ਔਰਤ ਅੱਗੇ ਆਉਂਦੀ ਹੈ ਨਾ, ਉਸ 'ਤੇ ਪਰਸਨਲ ਅਟੈਕ ਵੀ ਹੁੰਦੇ ਨੇ। ਅਸੀਂ ਸ਼ਰਾਬ ਨਹੀਂ ਵੰਡਣੀ। ਤੁਹਾਨੂੰ ਪਰਸਨਲ ਅਟੈਕ ਸਹਿਣੇ ਪਏ? ਮੈਨੂੰ ਲੋਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ, ਬਟ ਜੋ ਰਾਜਨੀਤਿਕ ਪਾਰਟੀਆਂ ਦੇ ਹੁੰਦੇ ਜਿਨ੍ਹਾਂ ਨੂੰ ਡਰ ਹੁੰਦਾ ਹੈ, ਕਈ ਲੋਕਾਂ ਨੇ ਅਟੈਕ ਕੀਤੇ, ਬਟ ਅਸੀਂ ਗੌਲਦੇ ਨਹੀਂ ਹੈ ਉਸ ਨੂੰ। ਨਹੀਂ, ਪਰ ਇਹ ਤੁਸੀਂ ਮੰਨਦੇ ਹੋ ਕਿ ਜੇ ਕੁੜੀ ਰਾਜਨੀਤੀ 'ਚ ਆਂਦੀ ਹੈ, ਤੇ ਵਾਕਈ ਮੈਂ ਆਮ ਆਦਮੀ ਪਾਰਟੀ ਦੀਆਂ ਕੁੜੀਆਂ ਨਾਲ ਵੀ ਗੱਲ ਕੀਤੀ, ਮੈਂ ਕਾਂਗਰਸ ਦੀਆਂ ਕੈਂਡੀਡੇਟਸ ਨਾਲ ਵੀ ਗੱਲ ਕੀਤੀ ਹੈ, ਮੈਂ ਬੀਜੇਪੀ ਵਾਲਿਆਂ ਨਾਲ ਵੀ ਕੁੜੀਆਂ ਨਾਲ ਗੱਲ ਕੀਤੀ ਹੈ, ਇਹ ਹਰ ਇੱਕ ਕੁੜੀ ਦਾ ਮਸਲਾ ਹੈ ਕਿ ਜਿੱਦਣ ਹੀ ਤੁਸੀਂ ਜੁਆਇਨ ਕਰਦੇ ਹੋ, ਉਸੇ ਦਿਨ ਹੀ ਤੁਹਾਨੂੰ ਗਾਲਾਂ ਦੀ ਭਰਮਾਰ ਕਮੈਂਟਸ ਦੇ ਵਿੱਚ ਦੇਖਣੀ ਸ਼ੁਰੂ ਕਰ ਦਿੰਦੀ ਹੈ ਵੀ ਇੰਨਾ ਈਜ਼ੀ ਟਾਰਗੇਟ, ਵੀ ਜਿਵੇਂ ਸਾਰੀ ਦੁਨੀਆ ਵੀ ਤੂੰ ਘਰੋਂ ਕਿਵੇਂ ਨਿਕਲ ਸਕਦੀ। ਔਰਤ ਵਿਰੋਧੀ ਹੋ ਗਏ ਇੱਕੋਦਮ। ਪਾਰਟੀਆਂ ਵੱਲੋਂ ਹੋਇਆ, ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ, ਕਮੈਂਟਸ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਮੈਨੂੰ ਪਿਆਰ ਮਿਲ ਰਿਹਾ, ਮੇਰੇ ਪੇਜ ਤੇ ਮੈਂ ਦੇਖ ਰਹੀ ਹਾਂ। ਬਟ ਕੁਝ ਜਿਹੜੇ ਡਰੇ ਹੋਏ ਲੋਕ ਹੁੰਦੇ ਆ, ਜਿਨ੍ਹਾਂ ਨੇ ਰਾਜਨੀਤਿਕ ਲਾਹਾ, IT ਸੈਲਸ, ਜਿਨ੍ਹਾਂ ਨੇ ਰਾਜਨੀਤਿਕ ਲਾਹਾ ਲੈਣਾ ਹੈ, ਜਾਂ ਜੋ ਸੋਚ ਦੇ ਉੱਤੇ ਜਿਹਨੂੰ ਲੱਗਦਾ ਕਿ ਪੈਰਾ ਨਹੀਂ ਦੇ ਸਕਦੇ, ਉਹ ਲੋਕ ਕਰਦੇ ਨੇ, ਉਹ ਕਿਸੇ ਵੀ ਹੱਦ ਤੱਕ ਜਾਂਦੇ ਨੇ। ਸਟੇਜ ਦੇ ਉੱਤੇ ਮੈਂ ਬੋਲ ਰਹੀ ਸੀ ਇੱਕ ਦਿਨ, ਸਾਰੇ ਪੰਜਾਬ ਦੇ ਮਸਲਿਆਂ ਦੇ ਉੱਤੇ ਬੋਲ ਰਹੀ ਸੀ, ਪੰਜਾਬ ਦੇ ਪਾਣੀਆਂ ਦੇ ਉੱਤੇ ਬੋਲ ਰਹੀ ਸੀ। ਪੰਜਾਬ ਦਾ ਬੰਦਾ ਜੇ ਹੋ ਕੇ ਪੰਜਾਬ ਦੇ ਪਾਣੀਆਂ ਦਾ ਉਹਨੂੰ ਦਰਦ ਨਾ ਹੋਵੇ ਤੇ ਮੈਨੂੰ ਇਸ ਗੱਲ ਤੇ ਬੰਗਾਰੇ, ਤਾਂ ਬੜਾ ਮੇਰਾ ਮਾਈਕ ਫੜਿਆ ਸਟੇਜ ਦੇ ਉੱਤੇ ਆ ਕੇ। ਮੈਂ ਉਹਨਾਂ ਨੂੰ ਕਿਹਾ ਤੁਸੀਂ ਮੇਰੇ ਨਾਲ ਡਿਬੇਟ ਕਰਨੀ ਹੈ, ਤੁਸੀਂ ਬੀ ਅ ਜੈਂਟਲਮੈਨ, ਤੁਸੀਂ ਟੇਬਲ ਤੇ ਬੈਠ ਕੇ ਗੱਲ ਕਰੋ, ਬਟ ਇਹ ਜਿਵੇਂ ਤੁਸੀਂ ਹੁੱਲੜਬਾਜ਼ੀ ਕਰਕੇ ਜਾਂ ਇੱਦਾਂ ਗਾਲਾਂ ਕੱਢ ਕੇ ਮੈਨੂੰ ਡਰਾ ਲਓਗੇ, ਤਾਂ ਅਸੀਂ ਡਰਨ ਵਾਲੇ ਨਹੀਂ ਹੈ। ਮੁੱਦਿਆਂ ਦੇ ਉੱਤੇ ਖੜਨਾ ਮੈਨੂੰ ਆਉਂਦਾ ਹੈ, ਸੋਚ ਕੇ ਆਏ ਹਾਂ ਕਿ ਬੜੇ ਸਾਰੇ ਚੈਲੰਜਸ ਹੋਣਗੇ, ਲੋਕ ਡਰਾਉਣਗੇ। ਆਈ ਐਮ ਨਾਟ ਅਫਰੇਡ ਆਫ ਐਨੀਵਨ। ਨਹੀਂ, ਇਹ ਕਿਉਂਕਿ ਅਸੀਂ ਮਾਈ ਭਾਗੋ ਦੀ ਵੰਸ਼ ਦੀਆਂ ਔਰਤਾਂ ਵਾਂ, ਸ਼ਾਇਦ ਪੰਜਾਬ ਨੂੰ ਦੁਬਾਰਾ ਯਾਦ ਕਰਾਉਣਾ ਪਏਗਾ, ਖਾਸ ਤੌਰ 'ਤੇ ਰਾਜਨੀਤਿਕ ਲੋਕਾਂ ਨੂੰ ਯਾਦ ਕਰਾਉਣਾ ਪਏਗਾ ਕਿ ਔਰਤ ਜਦੋਂ ਆਪਣੇ ਹੱਕਾਂ ਲਈ ਉੱਠੇਗੀ ਤੇ ਉਹ ਸਮਾਜ ਨਹੀਂ, ਉਹ ਫਿਰ ਪੰਜਾਬ ਔਰਤ ਹੀ ਬਦਲੇਗੀ। ਮੈਨੂੰ ਇਹ ਲੱਗਦਾ ਕਿ ਸ਼ਾਇਦ ਰਾਜਨੀਤੀ 'ਚ ਔਰਤਾਂ ਹੀ ਪੰਜਾਬ ਨੂੰ ਬਦਲਣ ਦਾ। ਸਾਡਾ ਕਬੀਲਾ ਇੱਕ, ਔਰਤਾਂ ਦੀ ਗੱਲ ਹੀ ਨਹੀਂ ਹੋਈ ਅੱਜ ਤੱਕ ਕਦੇ। ਸਾਡੇ ਮਸਲੇ ਜਿਸ ਤਨ ਲੱਗੇ ਸੋਈ ਜਾਣੇ, ਹੈ ਨਾ। ਔਰਤਾਂ ਦੀ ਗੱਲ ਕਿਉਂ ਨਹੀਂ ਹੋ ਰਹੀ? ਹੁਣ ਮੈਂ ਬਸੀ ਪਠਾਣਾ ਦੀ ਗੱਲ ਕਰਾਂ, ਮੇਰੇ ਕੋਲ ਬੜੀਆਂ ਸਾਰੀਆਂ ਲੇਡੀਜ਼ ਆਈਆਂ। ਇੱਥੇ ਪਹਿਲਾਂ ਇੱਕ ਸਿਵਲ ਹਸਪੀਟਲ ਹੁੰਦਾ ਸੀ, ਜੋ ਕਿ ਸਮੇਂ ਦੇ ਨਾਲ ਹੋਣਾ ਇਹ ਚਾਹੀਦਾ ਸੀ, ਜੇ ਸਰਕਾਰਾਂ ਦਾ ਧਿਆਨ ਹੁੰਦਾ ਕਿ ਉਹ 'ਚ ਹੋਰ ਡਾਕਟਰ ਪੋਸਟ ਹੁੰਦੇ ਨਾ, ਸਪੈਸ਼ਲਾਈਜੇਸ਼ਨ ਹੁੰਦੀ ਆ ਹਰ ਇੱਕ ਫੀਲਡ ਦੇ ਵਿੱਚ। ਤਾਂ ਮੇਰੇ ਕੋਲ ਲੇਡੀਜ਼ ਆਈਆਂ, ਹਰ ਕੋਈ ਬੰਦਾ ਨਹੀਂ ਅਫੋਰਡ ਕਰ ਸਕਦਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਣਾ। ਪ੍ਰੈਗਨੈਂਟ ਲੇਡੀਜ਼ ਉਹ ਕਹਿੰਦੀਆਂ ਕਿ ਮੈਮ ਅਸੀਂ ਪਿਛਲੇ ਸਾਲਾਂ 'ਚ ਬੜੀਆਂ ਅਰਜ਼ੀਆਂ ਦਿੱਤੀਆਂ ਕਿ ਇੱਥੇ ਇੱਕ ਗਾਇਨੇਕੋਲੋਜਿਸਟ ਪੋਸਟ ਹੋ ਜਾਵੇ, ਤਾਂ ਕਿ ਸਾਨੂੰ ਬੱਸਾਂ 'ਚ ਚੜ੍ਹ ਕੇ ਕਿਤੇ ਹੋਰ ਬੀਬੀਆਂ ਨੂੰ ਨਾ ਜਾਣਾ ਪਵੇ। ਔਰ ਉਹ ਸਿਵਲ ਜੋ ਹਸਪੀਟਲ ਸੀ ਉਹ ਸੁੰਗੜ ਕੇ ਡਿਸਪੈਂਸਰੀ ਬਣ ਗਿਆ। ਉਹਦੇ ਵਿੱਚ ਇੱਕ ਗਾਇਨੇਕੋਲੋਜਿਸਟ ਪੋਸਟ ਨਹੀਂ ਕਰਾ ਸਕੇ। ਬੀਬੀਆਂ ਬੱਸਾਂ 'ਚ ਚੜ੍ਹ ਕੇ ਆਪਣੀ ਗਰਭ ਅਵਸਥਾ ਦੇ ਵਿੱਚ ਕਿਵੇਂ ਆਪਣਾ ਇਲਾਜ ਕਰਾਉਣਗੀਆਂ? ਪ੍ਰਾਈਵੇਟ ਦੇ ਵਿੱਚ ਨਹੀਂ ਅਫੋਰਡ ਕਰ ਸਕਦੇ ਲੋਕ। ਤੁਸੀਂ ਦੇਖੋ, ਮਤਲਬ ਔਰਤ ਇੱਕ ਮਾਂ ਬਣਦੀ ਏ, ਉਹਨੇ ਇੱਕ ਛੋਟੇ ਜਿਹੇ ਬੱਚੇ ਨੂੰ ਹਸਪੀਟਲ 'ਚ ਲੈ ਕੇ ਜਾਣਾ, ਉਹਦਾ ਉਹ ਮਸਲਾ ਹੈ। ਉਹਦਾ ਮਸਲਾ ਹੈ ਉਹਨੇ ਆਪਣੇ ਬੱਚੇ ਨੂੰ ਸਕੂਲ ਛੱਡਣ ਜਾਣਾ ਹੈ। ਉਹਦਾ ਮਸਲਾ ਹੈ ਕਿ ਉਹਦੇ ਆਂਢ ਗੁਆਂਢ ਕਿਧਰੇ ਲੜਾਈ ਹੋ ਜਾਂਦੀ ਹੈ, ਉਹਦੇ 'ਚ ਇੰਨੀ ਹਿੰਮਤ ਨਹੀਂ ਕਿ ਉਹ ਥਾਣੇ ਜਾ ਕੇ ਰਿਪੋਰਟ ਲਿਖਾ ਲਿਆਵੇ। ਉਹ ਕੱਲੀ ਰਾਤ ਨੂੰ ਕਿਸੇ ਟੈਕਸੀ ਵਾਲੇ ਨੂੰ ਹਾਇਰ ਕਰਕੇ ਨਹੀਂ ਜਾ ਸਕਦੀ। ਔਰ ਅਸੀਂ ਆਜ਼ਾਦ ਭਾਰਤ 'ਚ 70 ਸਾਲ ਬਾਅਦ ਰਹਿੰਦੀਆਂ ਔਰਤਾਂ ਵਾਂ, ਪੜ੍ਹੀਆਂ ਲਿਖੀਆਂ, ਮਤਲਬ ਡਾਕਟਰ, ਇਸ ਤੋਂ ਅੱਗੇ ਤੇ ਕੋਈ ਪ੍ਰੋਫੈਸ਼ਨ ਨਹੀਂ। ਸੋ ਮਤਲਬ ਤੁਸੀਂ ਦੇਖੋ ਕਿ ਕਦੇ ਵੀ ਕਿਸੇ ਰਾਜਨੀਤਿਕ ਪਾਰਟੀ ਨੇ, ਮਤਲਬ ਲੜਾਈ ਆਦਮੀਆਂ 'ਚ ਹੀ ਰਹਿੰਦੀ ਹੈ। ਕਦੀ ਇਹ ਨਹੀਂ ਸੋਚਿਆ ਕਿ ਕੋਈ ਸੈਂਸੀਬਲ ਔਰਤ CM ਕੈਂਡੀਡੇਟ ਹੋਵੇ, ਸ਼ਾਇਦ ਉਸ ਸਮਾਜ ਦਾ ਨਕਸ਼ਾ ਬਦਲ ਸਕੇ। ਤੁਹਾਡਾ ਕੀ ਵਿਚਾਰ ਹੈ? ਬਿਲਕੁਲ, ਮੈਂ ਇਹੀ ਕਹਿ ਰਹੀ ਹਾਂ ਕਿ ਅੱਜ ਤੱਕ ਔਰਤਾਂ ਨੂੰ ਜੋ ਪ੍ਰਤੀਨਿਧਤਾ ਨਹੀਂ ਮਿਲੀ ਹੈ ਨਾ, ਅਸੀਂ ਬਹੁਤ ਪਿੱਛੇ ਚਲੇ ਗਏ। ਜੇ ਸ਼ੁਰੂ ਤੋਂ ਹੀ ਸਾਨੂੰ ਪਿਛਲੇ ਸਮੇਂ ਦੇ ਵਿੱਚ ਗੁੱਡ ਵੂਮਨ ਕੈਂਡੀਡੇਟਸ ਮਿਲਦੇ, ਜੋ ਸਾਰੇ ਇਕੱਲੇ ਔਰਤਾਂ ਨੇ ਔਰਤਾਂ ਦੀ ਗੱਲ ਹੀ ਨਹੀਂ ਕਰਨੀ, ਹੋਰ ਸਾਰੇ ਮੁੱਦੇ ਵੀ ਅਸੀਂ ਐਡਰੈਸ ਕਰਨੇ ਆ, ਪਰ ਸਾਨੂੰ ਔਰਤਾਂ ਦੇ ਮੁੱਦੇ ਨਹੀਂ ਹਾਲੇ ਤੱਕ ਐਡਰੈਸ ਹੋਏ, ਬਾਕੀ ਸਾਰੇ ਤਾਂ ਕੀ ਹੋਣੇ ਆ। ਇਹ ਬਹੁਤ ਵੱਡਾ ਸਾਡਾ ਇੱਕ ਪਿੱਛੇ ਚਲੇ ਗਏ ਹਾਂ ਅਸੀਂ।
ਹੁਣ ਮੈਂ ਆਪਣੀ ਪਾਰਟੀ ਨੂੰ, ਜਦੋਂ ਮੇਰੀ ਸਕਰੀਨਿੰਗ ਹੋਈ ਨਾ, ਮੇਰੀ ਇੰਟਰਵਿਊ ਹੋਈ, ਤਾਂ ਉਹਦੇ ਵਿੱਚ ਮੈਂ ਬੋਲੀ ਸਭ ਤੋਂ ਪਹਿਲਾਂ ਟਿਕਟ ਅਨਾਉਂਸ ਹੋਣ ਤੋਂ ਪਹਿਲਾਂ ਹੀ ਮੈਂ ਪਹਿਲਾਂ ਹੀ ਇਹ ਮੁੱਦਾ ਉੱਥੇ ਚੱਕਿਆ ਸੀ ਕਿ ਜੋ ਪੈਟਰੀਆਰਕੀਅਲ ਪਿਤਾ ਪੁਰਖੀ ਗਲਵਾ ਹੈ ਰਾਜਨੀਤੀ ਦੇ ਵਿੱਚ, ਮੈਂ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਮੈਂ ਇਕੱਲੇ ਆਪਣੇ ਲਈ ਨਹੀਂ ਬੋਲ ਰਹੀ, ਬਾਕੀ ਸਾਰੀਆਂ ਸੀਟਾਂ ਤੇ ਵੀ ਤੁਸੀਂ ਵੱਧ ਤੋਂ ਵੱਧ ਔਮਨ ਕੈਂਡੀਡੇਟਸ ਅਨਾਉਂਸ ਕਰੋ, ਤਾਂ ਕਿ ਅਸੀਂ ਔਰਤਾਂ ਦਾ ਇੱਕ ਵਿੰਗ ਮੋਰਚੇ ਦੇ ਵਿੱਚੋਂ, ਸੰਘਰਸ਼ ਦੇ ਵਿੱਚੋਂ ਨਿਕਲੇ ਹੋਏ, ਜਿਨ੍ਹਾਂ ਨੇ ਪੰਜਾਬ ਦੇ ਲਈ ਅੱਗੇ ਲੜਨਾ ਹੈ। ਕਿਉਂਕਿ ਤੁਸੀਂ ਜਿਵੇਂ ਕਿਹਾ, ਪੰਜਾਬ ਨੂੰ ਦੁਬਾਰਾ ਤੋਂ ਗੁਲਾਬ ਦਾ ਫੁੱਲ ਬਣਾਉਣ ਦੀ ਸਾਨੂੰ ਇੱਕ ਲੋੜ ਹੈ। ਉਹਦੇ ਲਈ ਅਸੀਂ ਅੱਗੇ ਕੰਮ ਕਰਾਂਗੇ। ਹੁਣ ਨਵਾਂ ਹੋਣ ਕਰਕੇ, ਛੋਟਾ ਟਾਈਮ ਸਾਡੇ ਕੋਲ, ਘੱਟ ਟਾਈਮ ਹੋਣ ਕਰਕੇ ਔਰਤਾਂ ਦੀ ਵੱਧ ਸ਼ਮੂਲੀਅਤ ਨਹੀਂ ਹੋ ਪਾਈ, ਪਰ ਅੱਗੇ ਇਸ ਸੋਚ ਤੇ ਪਹਿਰਾ ਦੇਣਾ ਲਾਜ਼ਮੀ ਹੈ। ਇਸ ਵਾਰ 50% ਅਸੀਂ ਔਰਤ ਵੋਟਰਸ ਹਾਂ। ਤੁਸੀਂ ਕਿਵੇਂ ਵੇਖਦੇ ਹੋ ਕਿ ਕਿਵੇਂ ਰੁਝਾਨ ਹੈ ਉਹਨਾਂ ਦਾ? ਬਹੁਤ ਅਵੇਅਰ ਨੇ। ਪਿੰਡਾਂ ਦੇ ਵਿੱਚ ਮੇਰੇ ਕੋਲ ਕੁੜੀਆਂ ਦਾ ਪੂਰਾ ਸੈੱਲ ਹੈ। ਹਰ ਪਿੰਡ ਦੇ ਵਿੱਚੋਂ ਮੈਨੂੰ ਕੁੜੀਆਂ ਕਹਿ ਰਹੀਆਂ ਨੇ ਕਿ ਅਸੀਂ 5 ਪਿਆਰੇ ਨਹੀਂ, ਅਸੀਂ 5 ਪਿਆਰੀਆਂ ਹੋ ਕੇ ਅੱਗੇ ਆਉਣਾ ਹੈ, ਤੁਸੀਂ ਸਾਡੀਆਂ ਦੀਦੀ ਡਿਊਟੀਆਂ ਲਾਓ, ਦੱਸੋ ਕੀ ਕਰਨਾ ਹੈ। ਐਡਵੋਕੇਟਸ ਆ ਰਹੇ ਨੇ, ਖੁਦ ਮੈਨੂੰ ਫੋਨ ਆ ਰਹੇ ਨੇ, ਇੰਨੇ ਫੋਨ, ਕਈ ਵਾਰ ਪਰਸਨਲ ਮੈਸੇजेस ਆ ਜਾਂਦੇ ਨੇ, ਮੈਂ ਰਿਪਲਾਈ ਨਹੀਂ ਕਰ ਪਾ ਰਹੀ। ਬਹੁਤ ਵਧੀਆ ਹੁੰਗਾਰਾ ਹੈ ਕੁੜੀਆਂ ਤੋਂ, ਸਪੈਸ਼ਲੀ ਯੂਥ ਇੰਨਾ ਜ਼ਿਆਦਾ ਅਵੇਅਰ ਹੋਇਆ ਕਿ ਨਹੀਂ, ਇਹ ਸਾਡੇ ਮੁੱਦੇ ਨੇ, ਇਹਨਾਂ ਤੇ ਅਸੀਂ ਕੰਮ ਕਰਨਾ ਹੈ। ਅਸੀਂ ਅੱਗੇ ਆ ਕੇ, ਜੇ ਜਿੱਤ ਹਾਰ ਮੈਟਰ ਨਹੀਂ ਕਰਦੀ, ਇਸ ਤੋਂ ਬਾਅਦ ਵੀ ਅਸੀਂ ਇਹਨਾਂ ਸੋਚ ਤੇ, ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦੇਵਾਂਗੇ ਚੰਗੀ ਤਰ੍ਹਾਂ। ਮੇਰਾ ਇਹੋ ਹੀ ਮਸਲਾ ਹੈ ਤੇ ਮੇਰੀ ਇਹੋ ਹੀ ਇੱਕ ਕੋਸ਼ਿਸ਼ ਹੈ ਕਿ ਅਗਰ ਅਸੀਂ ਬਾਕੀ ਚੀਜ਼ਾਂ 'ਚ, ਸਰਪੰਚੀ 'ਚ, ਜਦੋਂ ਪੰਚਾਇਤੀ ਰਾਜ ਦੇ ਵਿੱਚ ਔਰਤਾਂ ਦਾ 33% ਕਰ ਸਕਦੇ ਤੇ ਵਿਧਾਨ ਸਭਾ 'ਚ ਕਿਉਂ ਨਹੀਂ? ਬਹੁਤ ਬਹੁਤ ਧੰਨਵਾਦ ਤੁਹਾਡਾ, ਔਰ ਮੈਨੂੰ ਬਹੁਤ ਉਮੀਦ ਹੈ ਕਿ ਤੁਹਾਡੇ ਵਰਗੀਆਂ ਕੁੜੀਆਂ ਸਮਾਜ ਨੂੰ ਬਦਲਣ ਦੀ ਤਾਕਤ ਰੱਖਦੀਆਂ ਨੇ। ਬਹੁਤ ਬਹੁਤ ਦੁਆਵਾਂ। ਇਸ ਪ੍ਰੋਗਰਾਮ ਦਾ ਮਕਸਦ ਇੰਨਾ ਹੀ ਹੈ ਕਿ ਇਸ ਵਾਰ 50% ਵੂਮਨ ਵੋਟਰ ਮਤਦਾਨ ਕਰ ਰਹੀ ਹੈ, ਉਹ ਸੋਚ ਸਮਝ ਕੇ ਆਪਣੀ ਵੋਟ ਪਾਏ, ਕਿਉਂਕਿ ਬਹੁਤ ਹੋ ਗਈਆਂ ਰਵਾਇਤੀ ਪਾਰਟੀਆਂ, ਬਹੁਤ ਹੋ ਗਿਆ ਮਰਦ ਪ੍ਰਧਾਨ ਨੇਤਾਵਾਂ ਦੇ ਨਾਲ ਕਾਫਲੇ ਦੇ ਕਾਫਲੇ ਲੋਕ ਤੁਰਦੇ ਹੋਏ, ਹੁੱਲੜਬਾਜ਼ੀ ਕਰਦੇ ਹੋਏ, ਜੈ ਜੈਕਾਰ ਕਰਦੇ ਹੋਏ। ਔਰਤਾਂ ਸੰਜਮ ਤੇ ਸਹਿਜ ਦੀ ਨਿਸ਼ਾਨੀ ਨੇ। ਇਸ ਵਾਰ ਆਪਣੀਆਂ ਰਾਜਨੀਤਿਕ ਔਰਤਾਂ ਨੂੰ ਵੱਡਾ ਕਰੀਏ, ਵਿਧਾਨ ਸਭਾ 'ਚ ਮੈਕਸੀਮਮ ਔਰਤਾਂ ਜਾਣ, ਤਾਂ ਕਿ ਔਰਤਾਂ ਉੱਪਰਲੀ ਸੱਤਾ ਦੇ ਵਿੱਚ ਆਉਣ, ਤਾਂ ਸ਼ਾਇਦ ਮੈਂ ਸੋਚਦੀ ਹਾਂ ਕਿ ਪੰਜਾਬ ਇੱਕ ਨਵੇਂ ਬਦਲਾਅ ਵੱਲ ਆਏਗਾ। ਮੇਰਾ ਮੰਨਣਾ ਹੈ ਇਹੋ ਹੀ ਇੱਕ ਸਭ ਤੋਂ ਵੱਡਾ ਬਦਲ ਹੈ। ਬਹੁਤ ਬਹੁਤ ਧੰਨਵਾਦ। ਅਗਲੀ ਵਾਰ ਮਿਲਦੇ ਹਾਂ ਕਿਸੇ ਹੋਰ ਬਹੁਤ ਬਿਹਤਰੀਨ ਔਰਤ ਦੇ ਨਾਲ।